वन गिल्स मिटो ई लर्निंग प्लेटफॉर्म ਤੇ ਤੁਹਾਡਾ ਸਵਾਗਤ ਹੈ। ਅੱਜ ਬੱਚਿਓ ਆਪਾਂ ਇੰਡਸਟਰੀ ਲੋਸ ਐਂਡ ਐਕਸ਼ਨ ਰਿਲੇਟਡ ਅੱਗੇ ਪ੍ਰੈਕਟਿਸ ਕਰਾਂਗੇ। ਬਟ ਅੱਜ ਮੈਂ ਇੱਕ ਨਵਾਂ ਐਲੀਮੈਂਟ ਐਡ ਕਰਨ ਲੱਗਾ ਤੁਹਾਡੇ ਵਿੱਚ ਬੋਨਸ ਕੁਐਸਚਨਸ ਕਰਾਵਾਂਗਾ ਤੁਹਾਨੂੰ ਮੈਂ। ਬੋਨਸ ਕੁਐਸਚਨ ਮਤਲਬ ਕਿ ਤੁਹਾਨੂੰ ਪਤਾ ਇਸ ਵਿੱਚ ਇੰਡੀਅਨ ਪੰਜਾਬ ਹਿਸਟਰੀ ਵੀ ਆਉਣੀ ਹੈ ਨਾ, ਪੰਜਾਬ ਦੇ ਵਿਆਕਰਣ ਭਾਸ਼ਾ ਵੀ ਆਉਣੀ ਹੈ। ਸੋ ਕੁਝ ਨਾ ਕੁਝ ਕੁਐਸਚਨ ਉਸਦੇ ਨਾਲ ਲੈਂਦਾ ਰਹਾਂਗਾ ਤਾਂ ਕਿ ਤੁਹਾਡੀ ਪ੍ਰੈਕਟਿਸ ਹੁੰਦੀ ਰਹੇ। ਵੈਸੇ ਉਹ ਮੇਰਾ ਸਬਜੈਕਟ ਨਹੀਂ ਹੈ ਮਗਰ ਤੁਹਾਨੂੰ ਨਾਲ ਪ੍ਰੈਕਟਿਸ ਕਰਾਵਾਂਗਾ ਮੈਂ। ਪੰਜਾਬ ਇਕੋਨਮੀ ਕਰਾ ਦਾਂਗਾ ਤੁਹਾਨੂੰ ਮੈਂ, ਡਨ। ਇਕਨੋਮਿਕ ਸਰਵੇ ਹੋ ਗਿਆ, ਬਜਟ ਹੋ ਗਿਆ, ਇਹ ਕੁਐਸਚਨ ਤੁਹਾਨੂੰ ਮੈਂ ਕਰਾਵਾਂਗਾ। ਸੋ ਤਿਆਰ ਹੋ ਜਾਓ। ਆ ਤੁਹਾਨੂੰ ਮੈਂ 5 ਕੁਐਸਚਨ ਡੇਲੀ ਮੈਂ 5 ਕੁਐਸਚਨ ਪੁੱਛਾਂਗਾ ਬੋਨਸ ਦੇ, ਡਨ। ਅਤੇ ਅੱਜ ਆਪਣਾ ਸਬਜੈਕਟ ਹੋਏਗਾ ਪੰਜਾਬ ਹਿਸਟਰੀ ਨਾਲ ਰਿਲੇਟਿਡ, ਡਨ। ਤਾਂ ਪਹਿਲਾ ਕੁਐਸਚਨ ਹੈਗਾ, ਫਸਟ ਗਵਰਨਰ ਕੌਣ ਸੀ ਨਿਊਜ਼ ਪੰਜਾਬ ਦਾ? ਦੱਸੋ ਮੈਨੂੰ। ਉਹਦਾ ਕੋਈ ਆਪਸ਼ਨ ਨਹੀਂ ਹੋਏਗੀ, ਇਹ ਮੈਂ ਓਰਲੀ ਬੋਲਾਂਗਾ ਜਿਹੜੇ 5 ਬੋਨਸ ਕੁਐਸਚਨ ਬੋਲਾਂਗਾ। ਉਸ ਤੋਂ ਇਲਾਵਾ ਬੱਚੋ ਜਿਹੜੇ ਆਪਾਂ ਇੰਡਸਟਰੀ ਲੋਸ ਐਂਡ ਐਕਟਸ ਦੀ ਪ੍ਰੈਕਟਿਸ ਕਰ ਰਹੇ ਹਾਂ ਉਹ ਤੁਹਾਨੂੰ ਮੈਂ ਨਾਲ ਕਰਾਵਾਂਗਾ ਹੀ। ਤੁਸੀਂ ਦੇਖ ਹੀ ਸਕਦੇ ਹੋ ਪਹਿਲਾ ਕੁਐਸਚਨ 86 ਵਾਲਾ ਹੈ, ਬਟ ਉਸ ਤੋਂ ਪਹਿਲਾਂ 5 ਕੁਐਸਚਨਸ ਨੇ, ਡਨ। ਇਹ ਨਵਾਂ ਐਲੀਮੈਂਟ ਐਡ ਕੀਤਾ ਮੈਨੇ। ਇਹ ਬੋਨਸ ਕੁਐਸਚਨਸ ਹੋਣਗੇ ਜੋ ਤੁਹਾਨੂੰ ਮੈਂ ਕਰਾਵਾਂਗਾ। ਅੱਜ ਆਪਣਾ ਪੰਜਾਬ ਹਿਸਟਰੀ ਨਾਲ ਰਿਲੇਟਡ ਤੁਹਾਨੂੰ 5 ਬੋਨਸ ਕੁਐਸਚਨ ਕਰਾਵਾਂਗਾ। ਤਾਂ ਪਹਿਲਾ ਕੁਐਸਚਨ ਕਹਿੰਦਾ ਹੈ ਕਿ ਨਿਊਐਸਟ ਪੰਜਾਬ ਦੇ ਗਵਰਨਰ ਕੌਣ ਸਨ? ਫਸਟ ਗਵਰਨਰ ਕੌਣ ਸਨ? ਇਹਦਾ ਆਨਸਰ ਕੀ ਆ ਜਾਏਗਾ? ਗੋਪੀ ਚੰਦ ਜੀ। ਕੌਣ ਸਨ? ਗੋਪੀ ਚੰਦ ਜੀ, ਡਨ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕਿਹੜੀ ਸਿਟੀ ਫਾਊਂਡ ਕੀਤੀ? ਮੈਨੂੰ ਦੱਸੋ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕਿਹੜੀ ਸਿਟੀ ਫਾਊਂਡ ਕੀਤੀ? ਕੁਐਸਚਨ ਨੰਬਰ ਦੂਜਾ, ਗੁਰੂ ਤੇਗ ਬਹਾਦਰ ਜੀ ਨੇ ਕਿਹੜੀ ਸਿਟੀ ਫਾਊਂਡ ਕੀਤੀ? ਇਹ ਕੀਤੀ ਆਪਣੀ, ਦੱਸੋ, ਅਨੰਦਪੁਰ ਸਾਹਿਬ, ਡਨ। ਕਿਹੜੀ ਕੀਤੀ? ਅਨੰਦਪੁਰ ਸਾਹਿਬ, ਡਨ। ਉਸ ਤੋਂ ਬਾਅਦ ਦੱਸੋ ਕਿ ਆਪਣੇ ਲੋਕ ਸਭਾ ਦੀ ਸੀਟ ਕਿੰਨੀਆਂ ਪੰਜਾਬ ਦੀਆਂ? ਮਤਲਬ ਮਾਫ ਕਰਨਾ, ਉਲਟਾ ਬੋਲ ਗਿਆ ਮੈਂ। ਪੰਜਾਬ ਦੀਆਂ ਜਿਹੜੀਆਂ ਰਿਪਰੈਜ਼ੈਂਟੇਸ਼ਨ ਆ ਲੋਕ ਸਭਾ ਵਿੱਚ ਉਹ ਕਿੰਨੀਆਂ ਸੀਟਾਂ ਦੀਆਂ? ਪੰਜਾਬ ਦੀਆਂ ਕਿੰਨੀਆਂ ਸੀਟਾਂ ਦੀ ਰਿਪਰੈਜ਼ੈਂਟੇਸ਼ਨ ਦੇਖਣ ਨੂੰ ਮਿਲਦੀ ਹੈ ਲੋਕ ਸਭਾ ਵਿੱਚ? ਕਿੰਨਾ ਆ ਜਾਏਗਾ ਆਪਣਾ? 13 ਆ ਜਾਏਗਾ, ਡਨ। ਜੇ ਪੁੱਛ ਲਿਆ ਗਿਆ ਪਾਰਲੀਮੈਂਟ ਦੀਆਂ, ਮਤਲਬ ਕਿ ਪੰਜਾਬ 'ਚੋਂ ਜਿਹੜੇ ਰਿਪਰੈਜ਼ੈਂਟੇਸ਼ਨ ਜਾਂਦੇ ਆ ਪਾਰਲੀਮੈਂਟ ਵਿੱਚ, ਤਾਂ ਕਿੰਨੀਆਂ ਸੀਟਾਂ ਹੈ? 20 ਸੀਟਾਂ ਹੈ। ਕਿਵੇਂ ਹੋ ਗਈਆਂ 20 ਸੀਟਾਂ? 7 ਸੀਟਾਂ ਜਿਹੜੀਆਂ ਹੋ ਗਈਆਂ ਰਾਜ ਸਭਾ ਦੀ ਹੋ ਗਈਆਂ, ਤਾਂ ਟੋਟਲ ਕਿੰਨੀਆਂ ਹੋ ਗਈਆਂ? 20 ਹੋ ਗਈਆਂ, ਡਨ। ਓਕੇ, ਇਹ ਆਪਣਾ ਕਿੰਨਵਾਂ ਕੁਐਸਚਨ ਸੀ? ਤੀਜਾ ਕੁਐਸਚਨ ਸੀ, ਡਨ। ਹੁਣ ਤੁਸੀਂ ਮੈਨੂੰ ਦੱਸੋ ਜਿਹੜਾ ਰਣਜੀਤ ਸਾਗਰ ਡੈਮ ਹੈ, ਰਣਜੀਤ ਸਾਗਰ ਡੈਮ ਹੈ, ਇਹ ਕਿਹੜੇ ਰਿਵਰ 'ਤੇ ਬਣਿਆ ਹੋਇਆ ਹੈ? ਰਣਜੀਤ ਸਾਗਰ ਡੈਮ ਕੁਐਸਚਨ ਨੰਬਰ 4 ਹੈ। ਰਣਜੀਤ ਸਾਗਰ ਡੈਮ ਕਿਹੜੇ ਰਿਵਰ 'ਤੇ ਬਣਿਆ ਹੋਇਆ ਹੈ, ਕੰਸਟਰਕਟ ਕੀਤਾ ਹੋਇਆ? ਦੱਸੋ। ਇਹ ਕੀਤਾ ਹੋਇਆ ਹੈ ਰਾਵੀ ਰਿਵਰ 'ਤੇ। ਕਿਹੜੇ ਰਿਵਰ 'ਤੇ? ਰਾਵੀ ਰਿਵਰ 'ਤੇ, ਡਨ। ਚਲੋ ਅਗਲਾ ਕੁਐਸਚਨ ਆਪਣਾ ਆਰਟ ਐਂਡ ਕਲਚਰ ਨਾਲ ਰਿਲੇਟਿਡ ਪੰਜਾਬ ਦੀ। ਡੰਕਾਰਾ ਫੋਕ, ਡੰਕਾਰਾ ਫੋਕ ਕਿਸ ਨਾਲ ਰਿਲੇਟਿਡ ਹੈ? ਡੰਕਾਰਾ ਮੈਂ ਲਿਖ ਦਿੰਦਾ ਉਰੇ। ਡੰਕਾਰਾ ਜਿਹੜਾ ਆਪਣਾ ਫੋਕ ਡਾਂਸ ਹੈ ਇਹ ਕਿਸ ਨਾਲ ਰਿਲੇਟ ਕਰਦਾ? ਕੋਈ ਦੱਸ ਸਕਦਾ ਮੈਨੂੰ? ਡੰਕਾਰਾ ਫੋਕ ਕਿਹਦੇ ਨਾਲ ਰਿਲੇਟ ਕਰਦਾ ਹੈ? ਗੱਤਕਾ ਨਾਲ ਰਿਲੇਟ ਕਰਦਾ ਹੈ, ਠੀਕ ਹੈ। ਗੱਤਕਾ ਦੇ ਕਾਫੀ ਐਲੀਮੈਂਟਸ ਹੈ, ਡਨ। ਇਹਦੀ ਕਲਾਸੀਫਿਕੇਸ਼ਨ ਕੀਤੀ ਹੋਈ ਗੱਤਕਾ ਦੀ, ਤੁਸੀਂ ਜਾ ਕੇ ਪੜ੍ਹਨਾ ਜ਼ਰੂਰ। ਓਕੇ, ਅਗਲਾ ਕੁਐਸਚਨ, ਲਾਸਟ ਕੁਐਸਚਨ ਆਪਣਾ, ਡਨ। ਤਾਂ ਤੁਸੀਂ ਮੈਨੂੰ ਦੱਸੋ ਜਿਹੜਾ ਆਪਣਾ ਨੈਸ਼ਨਲ ਹਾਈਵੇ ਹੈ 95, ਨੈਸ਼ਨਲ ਹਾਈਵੇ 95 ਇਹ ਕਿੱਥੋਂ ਕ੍ਰੋਸ ਕਰਦਾ ਹੈ, ਕਿੱਥੋਂ ਪਾਸ ਕਰਦਾ ਹੈ? ਮੈਨੂੰ ਦੱਸੋ। ਆਪਣੇ ਪੰਜਾਬ ਦੀ ਕਿਹੜੀ ਸਿਟੀ ਤੋਂ ਪਾਸ ਕਰਦਾ ਹੈ? ਇਹ ਕਰਦਾ ਹੈ ਲੁਧਿਆਣਾ, ਠੀਕ ਹੈ। ਇਹ ਕਰਦਾ ਹੈ ਲੁਧਿਆਣਾ, ਡਨ। ਅਗਲਾ ਕੁਐਸਚਨ ਤੁਸੀਂ ਦੱਸਣਾ, ਠੀਕ ਹੈ। ਓਕੇ, ਇਹ ਤੁਹਾਡੇ ਲਈ ਹੋਮਵਰਕ ਹੈ। ਇੱਕ ਕੁਐਸਚਨ, 6ਵਾਂ ਕੁਐਸਚਨ, ਨਾਮਧਾਰੀ ਮੂਵਮੈਂਟ ਦਾ ਰਿਲੇਸ਼ਨ ਕਿਹਦੇ ਨਾਲ ਸੀ? ਨਾਮਧਾਰੀ ਮੂਵਮੈਂਟ ਨੂੰ ਆਪਾਂ ਕਿਸ ਨਾਮ ਨਾਲ ਹੋਰ ਜਾਣਦੇ ਹਾਂ? ਇਹ ਤੁਸੀਂ ਦੱਸਣਾ ਮੈਨੂੰ। ਨਾਮਧਾਰੀ ਮੂਵਮੈਂਟ ਨੂੰ ਆਪਾਂ ਕਿਸ ਹੋਰ ਨਾਮ ਨਾਲ ਵੀ ਜਾਣਦੇ ਹਾਂ, ਉਹ ਕਿਹੜਾ ਨਾਮ ਹੈ? ਡਨ। ਚਲੋ ਹੁਣ ਆਪਾਂ ਆਪਣੇ ਸ਼ੁਰੂਆਤ ਕਰਦੇ ਹਾਂ ਲੈਕਚਰ ਦੀ, ਠੀਕ ਹੈ। ਇਸੇ ਤਰੀਕੇ ਨਾਲ ਮੈਂ 6 ਕੁਐਸਚਨ ਡੇਲੀ ਲਵਾਂਗਾ ਤੁਹਾਡੇ ਤੋਂ, ਡਨ। 5 ਕੁਐਸਚਨ ਆਪ ਕਰਾਵਾਂਗਾ ਅਤੇ ਇੱਕ ਕੁਐਸਚਨ ਤੁਹਾਨੂੰ ਮੈਂ ਕਿਹਦਾ ਦੇਵਾਂਗਾ? ਹੋਮਵਰਕ ਦਾ ਦੇਵਾਂਗਾ। ਹੁਣ ਆਪਾਂ ਅੱਗੇ ਕੁਐਸਚਨਸ ਕਰਦੇ ਹਾਂ, ਜਸਟ ਅ ਮਿੰਟ। ਪਹਿਲਾ ਕੁਐਸਚਨ ਦੇਖੋ, ਕਹਿੰਦੇ EPFO, ਨਾਮ EPFO ਹੈ, ਉਹ ਗਲਤ ਹੋ ਗਿਆ। EPFO ਮਤਲਬ EPF ਐਕਟ ਹੈ, ਚਲੋ। ਐਪਲੀਕੇਬਲ ਟੂ ਐਵਰੀ ਸਟੈਬਲਿਸ਼ਮੈਂਟ ਵਿਚ ਇਜ਼ ਫੈਕਟਰੀ ਇੰਗੇਜ ਇਨ ਐਨੀ ਇੰਡਸਟਰੀ ਸਪੈਸੀਫਾਈਡ ਇਨ ਸ਼ਡਿਊਲ 1 ਇਨ ਵਿਚ ਡੈਸ਼ ਪਰਸਨ ਅਨਐਮਪਲੋਇਡ। ਹੁਣ ਜਿਹੜਾ EPFO ਐਕਟ ਲੱਗੇਗਾ, ਹੁਣ ਫੈਕਟਰੀ ਉੱਪਰ ਤਾਂ ਲੱਗੇਗਾ ਮਗਰ ਉਹਨਾਂ ਨੇ ਕਲਾਸੀਫਾਈ ਕੀਤਾ ਇਸ ਐਕਟ ਵਿੱਚ ਕਿ ਕਿੰਨੇ ਪਰਸਨ ਕੰਮ ਕਰਦੇ ਹੋਣੇ ਚਾਹੀਦੇ ਨੇ ਤਾਂ ਹੀ ਉਹ ਲੱਗੇਗਾ ਸ਼ਡਿਊਲ 1 ਵਿੱਚ। ਦੱਸੋ ਮੈਨੂੰ, 15 ਔਰ ਮੋਰ? ਆਨਸਰ ਦਿਖੇਗੀ ਗਿਆ ਤੁਹਾਨੂੰ ਵੈਸੇ
किन्ने लगणगे 20 और मोर। जिथे 20 तो ज़्यादा काम करनगे उत्थे EPFO एक्ट एप्लीकेबल हो जाएगा। समझ गए, उत्थे EPFO एक्ट एप्लीकेबल हो जाएगा। तो किहड़े शेड्यूल विच है? फस्ट शेड्यूल विच है। डन। कोई ऐसी फैक्ट्री जो शेड्यूल फस्ट विच आउंदी होवे तो उत्थे 20 तो ज़्यादा बंदे काम करते होण तां उस उपर EPFO एक्ट लग सकदा है, EPFO एक्ट लग सकदा है। ठीक है, ओके। अगला क्वेश्चन, चेयरमैन एंड मैंबरस ऑफ सेंटर बोर्ड कॉन्स्टिट्यूटेड अंडर द इंप्लॉय प्रोविडेंट फंड आर अपॉइंटेड बाय। दसो मैनूं, आप सेंटर बोर्ड बारे पढ़िया सी ना, जो अपन ने EPFO एक्ट पढ़िया सी या EPF एक्ट पढ़िया सी, तो अपन ने सेंटर बोर्ड बारे पढ़िया सी। तो ਜਿਹੜੇ ਚੇਅਰਮੈਨ ਨੇ ਤੇ ਮੈਂਬਰ ਨੇ ਉਹਨਾਂ ਨੂੰ ਅਪੁਆਇੰਟ ਕੌਣ ਕਰਦਾ ਹੈ? ਉਹਨਾਂ ਦੀ ਇੱਕ ਚੇਅਰਮੈਨ ਹੁੰਦੇ ਨੇ, ਬਾਕੀ ਮੈਂਬਰ ਹੁੰਦੇ ਨੇ, ਉਹਨਾਂ ਨੂੰ ਅਪੁਆਇੰਟ ਕੌਣ ਕਰਦਾ? ਬਸ ਤੁਸੀਂ ਮੈਨੂੰ ਇੰਨਾ ਦੱਸ ਦਿਓ। कौन अपॉइंट करता है? सेंटर गौरमेंट अपॉइंट करती है। कौन अपॉइंट करता है? सेंटर गौरमेंट अपॉइंट करती है। तो सेंटर बोर्ड का जो अपना EPFO एक्ट जोड़ा है, मैं EPFO ही कहना, वैसे EPF कह सकते हो तुम। डन। जो एक्ट है उस तुम सेंटर बोर्ड का किहड़े सैक्शन में गल की हुई है सेंटर बोर्ड बारे? ये गल की हुई है 5A विच गल की हुई है। समझ गए, ओके। चलो अगला क्वेश्चन, डैश अब्जॉर्ब्स the employer liability under the maternity benefit act and worker compensation act। दसो मैनूं किहड़ा आंसर आएगा? इसका आंसर आ जाएगा अपना सी ऑप्शन। ठीक है, किहड़ा आ जाएगा? एम्प्लॉयज स्टेट इंश्योरेंस एक्ट। डन। अगला क्वेश्चन देखो, कहते एन एम्प्लॉयर हु डज एनी एक्ट इन कॉन्ट्राविशन ऑफ द स्टैंडिंग ऑर्डर फाइनली सर्टिफाइड अंडर द कोड फॉर द सैकेंड टाइम ही शैल बी पनिशबल विद डैश एज पर द कोड एंड रेगुलेशन। जो अपने नवे कोड आए ने उस मुताबिक जे कोई इंप्लॉयर कॉन्ट्राविन करता अपने स्टैंडिंग ऑर्डर तो जो उन्हें सर्टिफाई कराए हुए ने इस कोड के द्वारा जिस विच एप्लीकेबल होंगे ने, तो सैकेंड टाइम जदों वो इसनूं मॉडिफाई करा के स्टैंडिंग ऑर्डर फाइनली सर्टिफाई करवा के भी इंप्लॉयर इस ते कॉन्ट्राविन करता है, यानी कि इन्हों नहीं मनता है ना, इस तो उल्ट चलता है, तो उसनूं कितनी सज़ा हो सकती है? एक कितनी सज़ा हो सकती है? दसो मैनूं। उरे उन्होंने सिर्फ कल्ले फाइन की गल की है, वैसे उरे फाइन ही पूछा गया है, तो मैनूं फाइन ही दस दो कि घट्टो घट्ट मैक्सिमम कितना फाइन भरना पेगा? 1 लाख, मैक्सिमम 2 लाख, मिनीमम 2 लाख, या मैक्सिमम 4 लाख, मिनीमम 1 लाख, या मैक्सिमम 7 लाख? इसका आंसर आ जाएगा अपना बी ऑप्शन। मिनिमम फाइन कितना भरना पेगा? 2 लाख, मैक्सिमम कितना भरना पेगा? 4 लाख। डन। कहते जी कंपोजिशन पेबल करनी है अपने इंप्लॉय नूं फॉर रिट्रेंचमेंट अंडर द चैप्टर 10th ऑफ द कोड और इंडस्ट्रियल रिलेशन शैल बी इक्वल टू डैश फॉर एवरी कंप्लीटेड ईयर्स ऑफ द कंटिन्यू सर्विस एज अ पार्ट ऑफ। दसो मैनूं, ये वैसे तुहानूं क्वेश्चन कराया ना मैंने, चलो फिर ये तुहाडे लई होमवर्क है। ठीक है, ये तुहाडे लई होमवर्क है। डन। वैसे आंसर दिख ही गया तुहानूं। ठीक है, किन्ने चाहिए ने अपन 15 डेज एवरेज पे दे, ये तुहानूं कल ही कराया मैंने। द प्रोविजन फॉर चैप्टर 10th ऑफ द कोड ऑन इंडस्ट्रियल रिलेशन शैल अप्लाई टू एनी एस्टैब्लिशमेंट इंप्लॉय नॉट लैस दैन डैश वर्कर। जे ਆਪਾਂ ਨੇ कोड ऑन इंडस्ट्रियल रिलेशन ਨੂੰ एप्लीकेबल कराना तो किन्ने % काम करते होने चाहिए ने उस एस्टैब्लिशमेंट विच? किन्ने काम करते होने चाहिए ने? 300। ठीक है, नॉट लैस दैन 300। समझ गए, ओके। हुण वो 300 कर दिता गया, हुण किन्ने कर दिते गए ने? 300 कर दिते गए ने। उस तो बाद अगला क्वेश्चन देखो, कहते इफ अ वर्कर अदर दैन अ वर्कर ऑन कंटिन्यू सर्विस अंडर द कोड ऑन इंडस्ट्रियल रिलेशन इज लेड ऑफ फॉर मोर दैन 45 डेज ही शैल बी पेड अ कंपनसेशन बाय अ इंप्लॉयर इक्वल टू डैश इफ देयर इज एन एग्रीमेंट टू दिस इफेक्ट। दसो मैनूं। वो ये कह रहे हैं, कहते जे वर्कर अदर दैन वर्कर और कंटिन्यू सर्विसिज, डन, जे ऐसा कोई वर्कर तो वो वर्कर जो कंटिन्यू सर्विस नहीं आ रहे तो मगर वो कोड इंडस्ट्रियल रिलेशन उन्होंने बारे गल आखी गई है कि जे उन्होंने लैड ऑफ कर दिता जाता है अगले 45 दिनों तक, डन, तो 45 दिनों बाद भी उन्होंने काम पर नहीं रखा जाता तो उन्होंने कितना कंपनसेट करना पेगा, यानी कि उन्होंने कितना पैसा होर देना पेगा इंप्लॉयर वालों, क्योंकि उन्होंने लैड ऑफ कर दिता गया है ना। 45 दिन तक वो काम पर नहीं आया तो वर्कर नूं मतलब कितना कंपनसेशन मिलेगा, तो फिर उसकी कैलकुलेशन किस हिसाब से देवांगे उन्होंने, आप होर कंपनसेट कितना करांगे? आप 50% देवांगे बेसिक वेजिस का, 50% देवांगे बेसिक वेजिस एंड DNS अलाउंस का, 75% देवांगे बेसिक वेजिस एंड DNS अलाउंस का, या नन ऑफ द अबव? उन्हें तुहानूं मैं लैड ऑफ भी समझाया होया है कि लैड ऑफ का की मतलब होंदा है, जे तुहानूं मेरे चैप्टर सही तरीके नाल पढ़े ने तुहानूं पता होएगा।
ਜੇ ਉਹਨੂੰ ਲੈਟ ਆਫ ਕਰਦਿਆਂ ਹੋਇਆ 45 ਦਿਨ ਲੰਘ ਚੁੱਕੇ ਨੇ ਤਾਂ ਵੀ ਉਸ ਤੋਂ ਬਾਅਦ ਕੋਈ ਹਿਸਾਬ ਕਿਤਾਬ ਨਹੀਂ ਬਣ ਰਿਹਾ ਕੰਮ ਦਾ, ਤਾਂ ਉਹ ਵਰਕਰ ਨੂੰ ਆਪਾਂ ਕਿੰਨਾ ਕੰਪਨਸੇਟ ਕਰੇਗਾ ਬੋਸ, ਦੱਸੋ। ਇਹਦਾ ਆਨਸਰ ਕੀ ਆ ਜਾਏਗਾ, ਨਨ ਆਫ ਦੀ ਅਬਵ। ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿੰਨਾ ਕਰੇਗਾ, ਦੱਸੋ। ਦੇਖੋ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੋਏਗੀ, ਜੇ ਐਗਰੀਮੈਂਟ ਨਹੀਂ ਹੋਇਆ ਪਿਆ, ਠੀਕ ਹੈ, ਜੇ ਐਗਰੀਮੈਂਟ ਨਹੀਂ ਹੋਇਆ ਪਿਆ ਤਾਂ ਕੋਈ ਵੀ ਕੰਪਨਸੇਸ਼ਨ ਨਹੀਂ ਮਿਲੇਗਾ, ਸਮਝ ਗਏ, ਕੋਈ ਵੀ ਕੰਪਨਸੇਸ਼ਨ ਨਹੀਂ ਮਿਲੇਗਾ। ਜੇ ਐਗਰੀਮੈਂਟ ਹੋਇਆ ਪਿਆ ਫਿਰ ਤਾਂ ਅਲੱਗ ਚੀਜ਼ ਹੈ, ਸਮਝ ਗਏ, ਓਕੇ ਡਨ। ਅਗਲਾ ਕੁਐਸਚਨ, which of the following person shall be included in the definition of employer according to the code on legislation। ਹੁਣ ਜਿਹੜੇ ਆਪਾਂ ਕੋਡ ਪੜ੍ਹੇ ਨੇ legislation ਵਿੱਚ, ਇੰਪਲੋਇਰ ਦੀ ਵੀ ਗੱਲ ਆਖੀ ਹੋਈ ਹੈ। ਜਿਵੇਂ ਇੰਪਲੋਈ ਦੀ ਡੈਫੀਨੇਸ਼ਨ ਦਿੱਤੀ ਹੈ, ਉਵੇਂ ਇੰਪਲੋਇਰ ਦੀ ਡੈਫੀਨੇਸ਼ਨ ਦਿੱਤੀ ਹੈ, ਮਾਲਕ ਦੀ ਡੈਫੀਨੇਸ਼ਨ ਦਿੱਤੀ ਹੈ। ਤਾਂ ਮਾਲਕ ਦੀ ਡੈਫੀਨੇਸ਼ਨ ਕਿਹੜੇ ਕਿਹੜੇ ਆ ਜਾਂਦੇ ਨੇ, ਕਿਆ CEO ਆ ਜਾਂਦਾ ਲੋਕਲ ਅਥਾਰਟੀ ਦਾ, ਕਿਆ ਮੈਨੇਜਰ ਆ ਜਾਂਦਾ ਫੈਕਟਰੀ ਦਾ, ਕਿਆ ਕੰਟਰੈਕਟਰ ਆ ਸਕਦਾ ਹੈ, ਕਿਆ ਲੀਗਲ ਰਿਪਰੈਜ਼ੈਂਟੇਟਿਵ ਆਫ ਡਿਸੀਜ਼ ਇੰਪਲੋਇਰ ਦਾ ਆ ਸਕਦਾ ਹੈ। ਤੇ ਇਹਨਾਂ ਚਾਰਾਂ 'ਚ ਕਿਹੜੇ ਕਿਹੜੇ ਪਰਸਨਸ ਹੈ ਜੋ ਇਸ ਇੰਪਲੋਇਰ ਦੀ ਡੈਫੀਨੇਸ਼ਨ ਵਿੱਚ ਆਉਂਦੇ ਨੇ। ਸਟੇਟਮੈਂਟ ਪਹਿਲੇ ਚਾਰੋਂ ਸਟੇਟਮੈਂਟ ਪੜ੍ਹੋ, ਫਿਰ ਆਪਸ਼ਨ ਦੱਸੋ, ਪਹਿਲਾ ਦੂਜਾ ਠੀਕ ਹੈ, ਪਹਿਲਾ ਦੂਜਾ ਤੀਜਾ ਠੀਕ ਹੈ, ਆਲ ਆਫ ਦੀ ਅਬਵ ਠੀਕ ਹੈ, ਡੀ ਨਨ ਓਨਲੀ ਵਨ ਠੀਕ ਹੈ। ਇਹਦਾ ਆਨਸਰ ਆ ਜਾਏਗਾ ਆਪਣਾ ਆਲ ਆਫ ਦੀ ਅਬਵ, ਠੀਕ ਹੈ। ਇਹ ਸਾਰਿਆਂ ਨੂੰ ਆਪਾਂ ਇੰਪਲੋਇਰ ਦੀ ਡੈਫੀਨੇਸ਼ਨ ਵਿੱਚ ਗਿਣਦੇ ਹਾਂ, ਡਨ। ਅਤੇ ਇੰਪਲੋਇਡ ਲਈ ਸੈਕਸ਼ਨ ਕਿਹੜਾ ਹੈ, ਦੱਸ ਸਕਦਾ ਕੋਈ ਮੈਨੂੰ, ਸੈਕਸ਼ਨ ਕਿਹੜਾ ਇੰਪਲੋਇਰ ਲਈ, ਸੈਕਸ਼ਨ 2M, ਜਿਸ ਵਿੱਚ ਇੰਪਲੋਇਰ ਦੀ ਡੈਫੀਨੇਸ਼ਨ ਬਾਰੇ ਗੱਲ ਆਖੀ ਹੈ, ਸਮਝ ਗਏ, ਇੰਪਲੋਇਡ ਦੀ ਡੈਫੀਨੇਸ਼ਨ ਬਾਰੇ ਗੱਲ ਆਖੀ ਹੈ, ਓਕੇ। ਚਲੋ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਦ ਲਿਸਟ ਆਫ ਐਗਰੀਗੇਟਰ ਅੰਡਰ ਦੀ ਕੋਡ ਆਫ ਸੋਸ਼ਲ ਸਿਕਿਉਰਿਟੀ ਇਜ਼ ਸਪੈਸੀਫਾਈਡ ਇਨ ਵਿਚ ਸ਼ਡਿਊਲ। ਹੁਣ ਆਪਾਂ ਐਗਰੀਗੇਟਰ ਦੀ ਗੱਲ ਕਰ ਲਈ, ਕਰਨਗੇ ਕੀ, ਉਹ ਕੰਟਰੀਬਿਊਟ ਕਰਨਗੇ। ਲਿਸਟ ਆਫ ਸਰਵਿਸਿਜ਼ ਦੀ ਵੀ ਗੱਲ ਕਰ ਲਈ, ਕਿਹੜੀ ਕਿਹੜੀ ਲਿਸਟ ਆਫ ਸਰਵਿਸਿਜ਼ ਦੇ ਜਿਹੜੇ ਐਗਰੀਗੇਟਰ ਆਉਣਗੇ, ਹੈ ਨਾ, ਉਹਨਾਂ ਦੀ ਵੀ ਗੱਲ ਕਰ ਲਈ। ਮਗਰ ਇਹ ਕਿਹੜੇ ਸ਼ਡਿਊਲ 'ਚ ਆਉਂਦੇ ਨੇ, ਕੋਡ ਔਨ ਇੰਡਸਟਰੀਏਸ਼ਨ ਕਹਿ ਗਿਆ, ਸੋਸ਼ਲ ਸਿਕਿਉਰਿਟੀ ਦੇ ਕਿਹੜੇ ਸ਼ਡਿਊਲ 'ਚ ਆਉਂਦੇ ਨੇ, 4th ਸ਼ਡਿਊਲ, 5th ਸ਼ਡਿਊਲ, 6th ਸ਼ਡਿਊਲ, 7th ਸ਼ਡਿਊਲ। ਇਹ ਆਉਂਦੇ ਨੇ 7th ਸ਼ਡਿਊਲ 'ਚ ਆਉਂਦੇ ਨੇ। ਕਿਹੜੇ ਸ਼ਡਿਊਲ 'ਚ ਆਉਂਦੇ ਨੇ, 7th ਸ਼ਡਿਊਲ 'ਚ ਆਉਂਦੇ ਨੇ, ਯਾਦ ਰੱਖਣਾ, ਓਕੇ। ਅਗਲਾ ਕੁਐਸਚਨ, ਦ ਕੋਡ ਆਨ ਸੋਸ਼ਲ ਸਿਕਿਉਰਿਟੀ ਸ਼ੈਲ ਅਪਲਾਈ ਟੂ ਵਿਚ ਆਫ ਦ ਫੋਲੋਇੰਗ ਵਰਕਰ। ਜਿਹੜੇ ਕੋਡ ਆਨ ਸੋਸ਼ਲ ਸਿਕਿਉਰਿਟੀ ਹੈ ਕਿੰਨਾ ਕਿੰਨਾ ਉੱਪਰ ਐਪਲੀਕੇਬਲ ਹੁੰਦੀ ਹੈ, ਗਿਗ ਵਰਕਰ ਉੱਪਰ ਐਪਲੀਕੇਬਲ ਹੁੰਦੀ ਹੈ, ਹੋਮ ਬੇਸ ਉੱਪਰ ਹੁੰਦੀ ਹੈ, ਪਲੈਟਫਾਰਮ ਵਰਕਰ ਵਾਸਤੇ ਹੁੰਦੀ ਹੈ, ਜਾਂ ਡੀ ਆਲ ਆਫ ਦੀ ਅਬਵ। ਇਹਦਾ ਆਨਸਰ ਆ ਜਾਏਗਾ ਆਲ ਆਫ ਦੀ ਅਬਵ, ਠੀਕ ਹੈ। ਅਗਲਾ ਕੁਐਸਚਨ, ਹੈਜ਼ ਪਰ ਦ ਕੋਡ ਔਨ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ 2020 ਐਨੀ ਫੈਕਟਰੀ ਵੇਅਰ ਐਨੀ ਹਜ਼ਾਰਡੀਅਸ ਪ੍ਰੋਸੈਸ ਇਜ਼ ਬੀਨ ਕੈਰੀਡ ਆਊਟ, ਠੀਕ ਹੈ, ਇਜ਼ ਬੀਂਗ ਕੈਰੀ ਆਊਟ, ਇਟ ਇੰਪਲੋਏ ਮੋਰ ਦੈਨ ਡੈਸ਼ ਵਰਕਰ ਸ਼ੈਲ ਕਮ ਅੰਡਰ ਦੀ ਐਂਬਿਟ ਆਫ ਕੋਡ। ਦੱਸੋ ਮੈਨੂੰ। ਹੁਣ ਇਸ ਨਵੇਂ ਕੋਡ ਦੇ ਮੁਤਾਬਿਕ ਜਿਹੜਾ ਆਪਾਂ ਨੇ ਓਕੂਪੇਸ਼ਨਲ ਸੇਫਟੀ ਵਾਲਾ ਪੜ੍ਹ ਰਹੇ ਹਾਂ, ਉਸ ਵਿੱਚ ਜਿਹੜੇ ਹਜ਼ਾਰਡੀਅਸ ਪ੍ਰੋਸੈਸ ਦਾ ਜੇ ਕੋਈ ਕੰਮ ਚੱਲਦਾ ਹੈ ਤਾਂ ਉਹਨੂੰ ਕੋਈ ਐਸੀ ਐਸਟੈਬਲਿਸ਼ਮੈਂਟ ਜਿਹੜੀ ਇਹ ਹਜ਼ਾਰਡੀਅਸ ਪ੍ਰੋਸੈਸ ਦਾ ਕੰਮ ਕਰਦੀ ਹੈ ਅਤੇ ਉਹ ਚਾਹੁੰਦੀ ਹੈ ਕਿ ਉਹ ਓਕੂਪੇਸ਼ਨਲ ਸੇਫਟੀ ਹੈਲਥ ਵਰਕਿੰਗ ਕੰਡੀਸ਼ਨ ਦੇ ਅੰਡਰ ਆਵੇ, ਤਾਂ ਉਸ ਐਸਟੈਬਲਿਸ਼ਮੈਂਟ ਵਿੱਚ ਕਿੰਨੇ ਵਰਕਰ ਕੰਮ ਕਰਦੇ ਹੋਣੇ ਚਾਹੀਦੇ ਨੇ, 10, 20, 30, ਨਨ ਆਫ ਦੀ ਅਬਵ। ਇਹਦਾ ਆਨਸਰ ਕੀ ਆ ਜਾਏਗਾ, ਡੀ ਆ ਜਾਏਗਾ। ਮੈਂ ਤੁਹਾਨੂੰ ਸਮਝਾਇਆ ਸੀ, ਜੋ ਤੁਹਾਨੂੰ ਚੈਪਟਰ ਕਢਾਇਆ ਸੀ ਤੁਹਾਨੂੰ ਮੈਂ ਨਵੇਂ ਕੋਰਸ ਦਾ, ਉਸ ਵਿੱਚ ਦੱਸਿਆ ਸੀ ਕੋਈ ਵੀ ਹਜ਼ਾਰਡੀਅਸ ਐਕਟੀਵਿਟੀ ਹੋ ਰਹੀ ਹੋਵੇ, ਭਾਵੇਂ ਉੱਥੇ ਇੱਕ ਵਰਕਰ ਕੰਮ ਕਰਦਾ ਹੈ, ਭਾਵੇਂ 2 ਕਰਦੇ, ਭਾਵੇਂ 3 ਕਰਦੇ ਨੇ, ਕੋਈ ਥ੍ਰੈਸ਼ਹੋਲਡ ਲਿਮਿਟ ਨਹੀਂ ਹੈ ਨੰਬਰ ਆਫ ਵਰਕਰ ਦੀ ਕਿ ਇੰਨੇ ਕੰਮ ਕਰਦੇ ਹੋਣੇ ਚਾਹੀਦੇ ਨੇ ਜਾਂ ਇੰਨੇ ਕੰਮ ਕਰਦੇ ਹੋਣੇ ਚਾਹੀਦੇ ਨੇ। ਜੇ ਕਿੱਥੇ ਹਜ਼ਾਰਡੀਅਸ ਵਰਕਰ ਦਾ ਕੰਮ ਹੋ ਰਿਹਾ ਤਾਂ ਆਲਰੇਡੀ ਮਤਲਬ ਆਟੋਮੈਟਿਕਲੀ ਜੇ ਆਪਾਂ ਗੱਲ ਕਰ ਸਕਦੇ ਹਾਂ ਕਿ ਉਹ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਵਿੱਚ ਆ ਗਏ ਨੇ, ਐਪਲੀਕੇਬਲ ਹੋ ਗਏ ਨੇ, ਡਨ। ਸੋ ਡੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਦੱਸੋ, ਐਨ ਇੰਪਲੋਈ ਸ਼ੈਲ ਬੀ ਡਿਸਕੁਆਲੀਫਾਈਡ ਫਰੋਮ ਰਿਸੀਵਿੰਗ ਦੀ ਬੋਨਸ ਅੰਡਰ ਦੀ ਕੋਡ ਔਨ ਵੇਜਿਸ ਇਫ ਇਜ਼ ਡਿਸਮਿਸ ਫਰੋਮ ਸਰਵਿਸ ਫੋਰ। ਕਹਿੰਦੇ ਹੁਣ ਜਿਵੇਂ ਇੰਪਲੋਈ ਨੂੰ ਬੋਨਸ ਮਿਲਦਾ ਹੈ ਨਾ, ਮਿਲਦਾ ਨਾ ਬੋਨਸ, ਉਸ ਦਾ ਬੋਨਸ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ ਕਿਹੜੀ ਕੰਡੀਸ਼ਨਾਂ ਦੇ ਵਿੱਚ, ਕੀ ਕੀਤਾ, ਉਸ ਵੱਲੋਂ ਕੀ ਗਲਤੀ ਹੋਈ ਹੋਏਗੀ, ਉਹ ਗਲਤੀਆਂ ਦੱਸੀਆਂ ਉਹਨਾਂ ਨੇ, ਡਨ। ਕਿਆ ਉਹਨੇ ਵਾਇਲੈਂਟ ਬਿਹੇਵੀਅਰ ਅਪਣਾਇਆ, ਡਨ, ਜਾਂ ਉਹਨੇ ਕੋਈ ਚੋਰੀ ਕੀਤੀ ਹੈ, ਜਾਂ ਉਹਨੇ ਕਨਵਿਕਟ ਹੋਇਆ ਸੈਕਸ਼ੂਅਲ ਹਰਾਸਮੈਂਟ ਵਿੱਚ, ਜਾਂ ਡੀ ਆਲ ਆਫ ਦੀ ਅਬਵ। ਇੱਚੋਂ ਕਿਹੜੇ ਕਿਹੜੇ ਆਪਸ਼ਨ ਤੁਹਾਨੂੰ ਸਹੀ ਲੱਗ ਰਹੇ ਨੇ ਜਿਸ ਦੇ ਮੁਤਾਬਿਕ ਉਹਦਾ ਬੋਨਸ ਜਿਹੜਾ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ, A, B, C, D, ਦੱਸੋ। ਇਹਨਾਂ ਵਿੱਚ ਤਿੰਨੋਂ ਸਟੇਟਮੈਂਟ, ਠੀਕ ਹੈ, C, B, A, ਜੇ ਇਹਨਾਂ ਤਿੰਨਾਂ 'ਚੋਂ ਕਿੱਥੇ ਵੀ ਕਨਵਿਕਟ ਹੋ ਗਿਆ, ਕਿੱਥੇ ਵੀ ਰੰਗੇ ਹੱਥ ਪਕੜਿਆ ਗਿਆ, ਤਾਂ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਏਗਾ ਬੋਨਸ ਲੈਣ ਤੋਂ, ਡਨ। ਡੀ ਆਪਸ਼ਨ ਆ ਜਾਏਗਾ, ਡਨ। ਹੂ ਮੰਗ ਦਾ ਫੋਲੋਇੰਗ ਇੰਟਰੋਡਿਊਸ ਦੀ ਕੋਡ ਔਨ ਵੇਜਿਸ।
ਮੈਨੂੰ ਦੱਸ ਸਕਦਾ ਕੋਈ ਜਿਹੜੇ ਲੋਕ ਸਭਾ 'ਚ 2019 ਵਿੱਚ ਕੋਡ ਔਨ ਵੇਜਿਸ ਜਿਹੜੇ ਇੰਟਰੋਡਿਊਸ ਕੀਤੇ ਗਏ ਸੀ, ਬਿੱਲ ਇੰਟਰੋਡਿਊਸ ਕੀਤਾ ਗਿਆ ਸੀ, ਕਿਹਨਾਂ ਵੱਲੋਂ ਕੀਤਾ ਗਿਆ ਸੀ? ਸੰਤੋਸ਼ ਗੰਗਵਾਰ ਵੱਲੋਂ ਕੀਤਾ ਗਿਆ ਸੀ, ਰਵੀ ਸ਼ੰਕਰ ਪ੍ਰਸਾਦ ਵੱਲੋਂ ਕੀਤਾ ਗਿਆ ਸੀ, ਨਰਿੰਦਰ ਮੋਦੀ ਜੀ ਵੱਲੋਂ ਕੀਤਾ ਗਿਆ ਸੀ, ਨਨ ਆਫ ਦੀ ਅਬਵ। ਇਹਦਾ ਆਨਸਰ ਆ ਜਾਏਗਾ ਆਪਣੇ ਕੌਣ ਸੀ 2019 ਵਿੱਚ ਆਪਣੇ ਮਿਨਿਸਟਰ ਕੌਣ ਸੀ, ਦੱਸੋ ਮੈਨੂੰ? ਸੰਤੋਸ਼ ਗੰਗਵਾਰ। ਇਹ ਕਿਹੜੇ ਮਿਨਿਸਟਰ ਸੀ, ਤੁਸੀਂ ਮੈਨੂੰ ਕੋਈ ਦੱਸ ਸਕਦਾ ਕਿਹੜੇ ਮਿਨਿਸਟਰੀ ਦੇ ਸੀ ਉਹ? ਆਪਾਂ ਕੀ ਪੜ੍ਹ ਰਹੇ ਹਾਂ? ਲੇਬਰ ਕੋਰਸ ਪੜ੍ਹ ਰਹੇ ਹਾਂ ਨਾ, ਤਾਂ ਕਿਹੜੇ ਮਿਨਿਸਟਰੀ ਦੇ ਹੋਣਗੇ? ਮਿਨਿਸਟਰੀ ਆਫ ਲੇਬਰ ਦੇ ਹੋਣਗੇ। ਡਨ। ਹੁਣ ਤਾਂ ਚੇਂਜ ਹੋ ਗਏ, ਨਵੇਂ ਕੌਣ ਆਇਆ ਤੁਸੀਂ ਮੈਨੂੰ ਦੱਸਣਾ। ਡਨ। ਅਗਲਾ ਕੁਐਸਚਨ, ਵਿਚ ਨੈਸ਼ਨਲ ਕਮਿਸ਼ਨ ਔਨ ਲੇਬਰ ਰਿਕਮੈਂਡਡ ਦੀ ਕੰਸੋਲੀਡੇਸ਼ਨ ਆਫ ਦੀ ਸੈਂਟਰਲ ਲੇਬਰ ਲੋਸ ਇਨਟੂ ਬਰੋਡਨ ਗਰੁੱਪਸ, ਦੱਸੋ ਮੈਨੂੰ। ਕਿਹੜੀ ਲੇਬਰ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਿਹੜੇ ਅਲੱਗ-ਅਲੱਗ ਕਾਨੂੰਨ ਬਣੇ ਹੋਏ ਨੇ, ਸਟੇਟ ਦੇ ਅਲੱਗ, ਸੈਂਟਰ ਦੇ ਅਲੱਗ, ਇਹਨਾਂ ਨੂੰ ਤੁਸੀਂ ਬਰੋਡਰ ਆਫ ਗਰੁੱਪ 'ਚ ਲਿਆਓ, ਹੈ ਨਾ? ਜਿਵੇਂ ਬਰੋਡਰ ਗਰੁੱਪ ਦਾ ਮਤਲਬ ਇਹਨਾਂ ਨੂੰ ਕੋਡ ਵਿੱਚ ਲਿਆਓ। ਕਿੰਨੇ ਕਿਹਾ ਸੀ? ਇਸ ਤਰ੍ਹਾਂ ਦਾ ਮਤਲਬ ਰਾਹ ਕਿੰਨਾ ਪਾਇਆ ਸੀ ਸਾਨੂੰ? ਪਹਿਲੀ ਨੈਸ਼ਨਲ ਲੇਬਰ ਕਮਿਸ਼ਨ ਨੇ, ਸੈਕਿੰਡ ਨੇ, ਥਰਡ ਨੇ, ਫੋਰਥ ਨੇ? ਇਹ ਪਾਇਆ ਸੀ ਆਪਾਂ ਨੂੰ, ਕਿੰਨੇ ਪਾਇਆ ਸੀ? ਸੈਕਿੰਡ ਨੈਸ਼ਨਲ ਲੇਬਰ ਕਮਿਸ਼ਨ ਨੇ ਪਾਇਆ ਸੀ। ਕਿੰਨੇ ਪਾਇਆ ਸੀ? ਸੈਕਿੰਡ ਨੈਸ਼ਨਲ ਲੇਬਰ ਕਮਿਸ਼ਨ ਨੇ ਪਾਇਆ ਸੀ। ਕਦੋਂ ਲਾਗੂ ਹੋਈ ਸੀ ਇਹ? 2002 ਵਿੱਚ ਲਾਗੂ ਹੋਈ ਸੀ। ਡਨ। ਉਦੋਂ ਇਹ ਬੈਠੀ ਸੀ ਤਾਂ ਉਦੋਂ ਇਸ ਤਰ੍ਹਾਂ ਦੀ ਮਤਲਬ ਗੱਲਾਂ ਆਖੀਆਂ ਗਈਆਂ ਸੀ ਕਿ ਸਾਨੂੰ ਆਪਣੇ ਸਾਰੇ ਲੋਸ ਨੂੰ 4 ਹਿੱਸੇ ਵਿੱਚ ਵੰਡ ਦੇਣਾ ਚਾਹੀਦਾ ਹੈ। ਕੋਡ ਔਨ ਇੰਡਸਟਰੀਅਲ ਰਿਲੇਸ਼ਨਸ, ਕੋਡ ਔਨ ਵੇਜਿਸ, ਕੋਡ ਔਨ ਸੋਸ਼ਲ ਸਿਕਿਉਰਿਟੀ, ਕੋਡ ਔਨ ਓਕੂਪੇਸ਼ਨਲ ਸੇਫਟੀ ਐਂਡ ਹੈਲਥ ਐਂਡ ਵਰਕਿੰਗ ਕੰਡੀਸ਼ਨਸ। ਡਨ। ਸੋ ਇਸਦਾ ਆਨਸਰ ਕੀ ਆ ਜਾਏਗਾ ਆਪਣਾ? ਬੀ ਆਪਸ਼ਨ। ਅਗਲਾ ਕੁਐਸਚਨ, ਮਿਨੀਮਮ ਰੇਟ ਆਫ ਵੇਜਿਸ ਸ਼ੈਲ ਡੈਸ਼ ਐਸ ਪਰ ਦਾ ਕੋਡ ਔਨ ਵੇਜਿਸ। ਡਨ। ਦੱਸੋ ਮੈਨੂੰ। ਨੋਟ ਬੀ ਲੈਸ ਦੈਨ the floor wage, shall be fixed taking into consideration and skill of labor, shall take into account of cost of living standard, all of the above। ਉਹ ਕਹਿੰਦੇ ਜਿਹੜਾ ਮਿਨੀਮਮ ਰੇਟ ਹੈ ਡਨ ਉਹ ਕੀ ਹੋਏਗਾ? ਫਲੋਰ ਇਸ ਤੋਂ ਘੱਟ ਨਹੀਂ ਹੋਏਗਾ, ਡਨ, ਜਾਂ ਇਹਨੂੰ ਫਿਕਸ ਕੀਤਾ ਜਾਏਗਾ ਸਕਿੱਲ ਨੂੰ ਦੇਖਦੇ ਹੋਇਆ, ਕੰਸਟੀਟਿਊਸ਼ਨ ਨੂੰ ਦੇਖਦੇ ਹੋਇਆ, ਜਾਂ ਇਸ ਨੂੰ ਕੋਸਟ ਆਫ ਲਿਵਿੰਗ ਸਟੈਂਡਰਡ ਨਾਲ ਜੋੜ ਦਿੱਤਾ ਜਾਏਗਾ, ਜਾਂ ਡੀ ਆਲ ਆਫ ਦੀ ਅਬਵ? ਦੱਸੋ ਮੈਨੂੰ। ਕਦੇ ਵੀ ਆਪਾਂ ਜਦੋਂ ਮਿਨੀਮਮ ਵੇਜ ਫੈਸਲਾ ਲੈਣਾ ਹੈ ਇਸ ਨਵੇਂ ਕੋਡ ਦੇ ਮੁਤਾਬਿਕ, ਤਾਂ ਉਸਦੀ ਇਹਨਾਂ ਵਿੱਚ ਚਾਰਾਂ 'ਚੋਂ ਕਿਹੜੀ ਬੈਸਟ ਆਪਸ਼ਨ ਤੁਹਾਨੂੰ ਸਹੀ ਲੱਗ ਰਹੀ ਹੈ? ਇਹਦਾ ਆਨਸਰ ਆਏਗਾ ਜਦੋਂ ਵੀ ਆਪਾਂ ਨੇ ਮਿਨੀਮਮ ਰੇਟ ਡਿਸਾਈਡ ਕਰਨੇ ਹੋਣਗੇ ਇਨ ਤਿੰਨਾਂ ਨੂੰ ਕੰਸੀਡਰ ਕਰਾਂਗੇ ਆਪਾਂ। ਡਨ। ਇੱਕ ਫਲੋਰ ਵੇਜ ਰੇਟ ਹੋਏਗਾ, ਉਸ ਨਾਲੋਂ ਘੱਟ ਕੋਈ ਮਿਨੀਮਮ ਰੇਟ ਵੇਜਸ ਨਹੀਂ ਹੋਣਗੇ। ਡਨ। ਉਹਨਾਂ ਦੀ ਸਕਿੱਲ ਵੀ ਦੇਖੀ ਜਾਏਗੀ ਅਤੇ ਕੰਮ ਕਿੱਥੇ ਕਰ ਰਹੇ ਨੇ ਉਹ ਵੀ ਦੇਖਿਆ ਜਾਏਗਾ। ਦੈਨ ਉਸ ਤੋਂ ਇਲਾਵਾ ਉਹਨਾਂ ਦੀ ਲਿਵਿੰਗ ਸਟੈਂਡਰਡ ਦੀ ਕੋਸਟ ਕਿਆ ਪਏਗੀ ਉਹ ਵੀ ਦੇਖੀ ਜਾਏਗੀ। ਸੋ ਡੀ ਆਪਸ਼ਨ ਲੱਗੇਗਾ ਆਲ ਆਫ ਦੀ ਅਬਵ। ਤਿੰਨਾਂ ਨੂੰ ਕੰਸੀਡਰ ਕਰਾਂਗੇ ਜਦੋਂ ਆਪਾਂ ਨੇ ਮਿਨੀਮਮ ਰੇਟ ਡਿਸਾਈਡ ਕਰਨੇ ਹੋਣਗੇ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਵਿਦ ਰਿਸਪੈਕਟ ਟੂ ਦ ਐਪਲੀਕੇਬਿਲਿਟੀ ਆਫ ਦੀ ਕੰਟਰੈਕਟ ਲੇਬਰ ਰੈਗੂਲੇਸ਼ਨ ਐਂਡ ਅਬੋਲਿਸ਼ਨ ਐਕਟ? ਦੱਸੋ ਮੈਨੂੰ। ਹੁਣ ਜਿਹੜਾ ਆਪਣਾ ਐਕਟ ਪੜ੍ਹਿਆ ਸੀ ਆਪਾਂ ਨੇ ਕੰਟਰੈਕਟ ਲੇਬਰ ਰੈਗੂਲੇਸ਼ਨ ਐਂਡ ਅਬੋਲਿਸ਼ਨ ਐਕਟ 1970 ਦਾ, ਤਾਂ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਐਕਟ ਹੈ ਨਾ, ਉਸ ਨੂੰ ਲੈ ਕੇ ਚਾਰੋਂ ਸਟੇਟਮੈਂਟ 'ਚੋਂ ਕਿਹੜੀ ਸਟੇਟਮੈਂਟ ਤੁਹਾਨੂੰ ਠੀਕ ਲੱਗ ਰਹੀ ਹੈ? ਕਿਆ ਐਕਟ ਇਹ ਪੂਰਾ ਇੰਡੀਆ 'ਚ ਲਾਗੂ ਹੁੰਦਾ? ਕਿਆ ਇਹ ਪੂਰੇ ਇੰਡੀਆ 'ਚ ਹੁੰਦਾ ਮਗਰ ਜੰਮੂ ਕਸ਼ਮੀਰ 'ਚ ਨਹੀਂ ਹੁੰਦਾ? ਕੱਲੇ ਟਰਾਈਬਲ ਏਰੀਆ 'ਚ ਹੁੰਦਾ, ਰੂਰਲ ਏਰੀਆ 'ਚ ਹੁੰਦਾ? ਬਸ ਇੰਨਾ ਪੁੱਛਿਆ ਇਹਨਾਂ ਨੇ। ਇਸ ਐਕਟ ਨੂੰ ਲੈ ਕੇ ਇਹਨਾਂ ਨੇ ਸਿਰਫ ਇੰਨਾ ਪੁੱਛਿਆ ਕਿੱਥੇ ਕਿੱਥੇ ਐਪਲੀਕੇਬਲ ਹੁੰਦਾ। ਦੇਖੋ ਇਹਦਾ ਆਪਸ਼ਨ ਕੀ ਆ ਜਾਏਗਾ? ਕਾਮਨ ਸੈਂਸ ਦਾ ਕੁਐਸਚਨ ਹੈ ਕਿ ਇਹ ਆਲ ਆਫ ਇੰਡੀਆ ਵਿੱਚ ਹੀ ਲਾਗੂ ਹੁੰਦਾ ਹੈ। ਤੁਹਾਨੂੰ ਸਿਰਫ ਯਾਦ ਕੀ ਰੱਖਣਾ ਹੈ, ਇਹ ਕੰਟਰੈਕਟ ਲੇਬਰ ਰੈਗੂਲੇਸ਼ਨ ਐਕਟ ਆਇਆ ਕਦੋਂ? 1970 ਵਿੱਚ ਆਇਆ, ਅਤੇ ਆਲ ਆਫ ਇੰਡੀਆ ਵਿੱਚ ਇਹ ਲਾਗੂ ਹੁੰਦਾ ਹੈ। ਇਹ ਆਪਸ਼ਨ ਆ ਜਾਏਗਾ। ਕਹਿੰਦੇ ਕੀ ਕਿਹੜੀ ਪੁਨਿਸ਼ਮੈਂਟ ਹੈ ਡਨ ਇਸ ਲੇਬਰ ਅੰਡਰ ਦੀ ਬੌਂਡਿਡ ਲੇਬਰ ਸਿਸਟਮ ਅਬੋਲਿਸ਼ਨ ਐਕਟ ਦੇ ਅੰਡਰ? ਜੇ ਕੋਈ ਬੌਂਡਿਡ ਲੇਬਰ ਕਰਵਾਉਂਦਾ ਹੈ ਕਿਸੇ ਪਰਸਨ ਤੋਂ, ਠੀਕ ਹੈ, ਤਾਂ ਮਤਲਬ ਤਾਂ ਉਹਨੂੰ ਜਿਸ ਨੇ ਕਰਵਾਈ ਹੈ ਤਾਂ ਉਸਦੇ ਉੱਪਰ ਕਿੰਨੀ ਸਜ਼ਾ ਹੋ ਸਕਦੀ ਹੈ? 3 ਸਾਲ ਦੀ ਸਜ਼ਾ, 2000 ਦਾ ਫਾਈਨ। ਬੀ ਆਪਸ਼ਨ 3 ਸਾਲ ਦੀ ਸਜ਼ਾ, 2000 ਦਾ ਫਾਈਨ। ਤੀਜੀ ਆਪਸ਼ਨ 2 ਸਾਲ ਦੀ ਸਜ਼ਾ, 5000 ਦਾ ਫਾਈਨ। ਚੌਥੀ ਆਪਸ਼ਨ 2 ਸਾਲ ਦੀ ਸਜ਼ਾ। ਉਹ ਰਿਪੀਟ ਹੋ ਗਏ ਕੁਐਸਚਨ, ਇਹ ਮਤਲਬ ਰਿਪੀਟ ਹੋ ਗਏ, ਯਾਨੀ ਤੁਸੀਂ ਮੈਨੂੰ 2 ਆਪਸ਼ਨਾਂ 'ਚ ਹੀ ਦੱਸ ਦਿਓ, ਜਿਹੜੀ ਮਰਜ਼ੀ ਏ ਅਤੇ ਸੀ 'ਚ ਦੱਸ ਦਿਓ ਜਾਂ ਬੀ ਅਤੇ ਡੀ 'ਚ ਦੱਸ ਦਿਓ, ਰਿਪੀਟ ਹੋਏ ਪਏ। ਇਹਦਾ ਆਨਸਰ ਆ ਜਾਏਗਾ ਆਪਣਾ ਕਿੰਨਾ ਆ ਜਾਏਗਾ? ਜਾਂ 3 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਪਲੱਸ 2000 ਦਾ ਫਾਈਨ ਹੋ ਸਕਦਾ। ਹਾਂ ਬਸ ਉਰੇ ਚੇਂਜ ਆ ਗਿਆ, ਉਰੇ ਔਰ ਆ ਗਿਆ, ਠੀਕ ਹੈ, ਉਰੇ ਪਲੱਸ ਆ ਗਿਆ, ਉਰੇ ਔਰ ਆ ਗਿਆ। ਯਾਨੀ ਕਿ ਜਦੋਂ ਵੀ ਬੌਂਡਿਡ ਲੇਬਰ ਦੇ ਅੰਡਰ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਪਾਇਆ ਜਾਂਦਾ, ਬੌਂਡਿਡ ਲੇਬਰ ਕਰਵਾਉਂਦਾ ਹੈ, ਤਾਂ ਉਸ ਨੂੰ ਦੋਨੋਂ ਚੀਜ਼ਾਂ ਲੱਗਣਗੀਆਂ। 3 ਸਾਲ ਦੀ ਸਜ਼ਾ ਵੀ ਹੋਏਗੀ ਅਤੇ 2000 ਦਾ ਫਾਈਨ ਵੀ ਲੱਗੇਗਾ, ਠੀਕ ਹੈ। ਇਕੱਲਾ ਇਹ ਨਹੀਂ ਹੋਏਗਾ ਕਿ 3 ਸਾਲ ਦੀ ਸਜ਼ਾ ਹੋਏਗੀ ਜਾਂ 2000 ਦਾ ਫਾਈਨ ਲੱਗੇਗਾ, ਦੋਨੋਂ ਚੀਜ਼ਾਂ ਹੋਣਗੀਆਂ। ਓਕੇ। ਅਗਲਾ ਕੁਐਸਚਨ, ਇਫ ਦੇਅਰ ਇਨ ਐਨੀ ਡਿਸਪਿਊਟ ਰਿਗਾਰਡਿੰਗ ਦੀ ਸਬਸਿਸਟੈਂਸ ਅਲਾਊਂਸ payable to the workman or the employer concerned may refer the dispute to dash as per on the Industrial Employment Standing Order Act 1946। ਹੁਣ ਜਿਹੜਾ ਸਬਸਿਸਟੈਂਸ ਅਲਾਊਂਸ ਮਿਲਦਾ ਹੈ, ਮੈਂ ਤੁਹਾਨੂੰ ਕੱਲ੍ਹ ਪਿਛਲੇ ਲੈਕਚਰ 'ਚ ਦੱਸਿਆ ਸੀ ਸਬਸਿਸਟੈਂਸ ਅਲਾਊਂਸ ਕਿਆ ਹੁੰਦਾ ਹੈ। ਤਾਂ ਜੇ ਉਹ ਵਰਕਮੈਨ ਨੂੰ ਦੇਣਾ ਤਾਂ ਉਸ ਨੂੰ ਲੈ ਕੇ ਜੇ ਕੋਈ ਕਲੇਮ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ, ਝਗੜਾ ਹੋਇਆ, ਤਾਂ ਉਹ ਤੁਸੀਂ ਕਿਸ ਨੂੰ ਰੈਫਰ ਕਰੋਗੇ, ਕਿਸ ਨੂੰ ਦੇਵੋਗੇ? ਸਟੈਂਡਿੰਗ ਕਮੇਟੀ ਨੂੰ ਦੇਵੋਗੇ, ਲੇਬਰ ਕੋਰਟ ਨੂੰ ਦੇਵੋਗੇ, ਡਿਸਟ੍ਰਿਕਟ ਕੋਰਟ ਨੂੰ ਦੇਵੋਗੇ, ਨਨ ਆਫ ਦੀ ਅਬਵ?
ये जिहड़ा तुहाडा झगड़ा है कित्थे जाएगा, लेबर कोर्ट 'च जाएगा। कित्थे जाएगा, बी ऑप्शन लग जाएगी, कित्थे जाएगा अपना, लेबर कोर्ट विच जाएगा। डन। अगला क्वेश्चन, द इंप्लॉयर शेयर ऑफ द कंट्रीब्यूशन अंडर ECI एक्ट। ਹੁਣ ਜੇ ਆਪਾਂ ECI ਐਕਟ ਪੜ੍ਹਿਆ ਸੀ ਉਸ ਵਿੱਚ ਆਪਾਂ ਕੰਟਰੀਬਿਊਸ਼ਨ ਪੜ੍ਹਿਆ ਸੀ, ਇੰਪਲੋਇਰ ਤੇ ਇੰਪਲੋਈ ਦੋਨੋਂ ਪਾਉਂਦੇ ਨੇ, ਤਾਂ ਇਸ ਵਿੱਚ ਇੰਪਲੋਇਰ ਦਾ ਕੰਟਰੀਬਿਊਸ਼ਨ ਕਿੰਨਾ ਹੁੰਦਾ ਹੈ? 8.33%, 3.25%, 12%, 4.75%। ਸੋ ਇਹਦਾ ਆਂਸਰ ਆ ਜਾਏਗਾ ਆਪਣਾ ਬੀ ਆਪਸ਼ਨ ਆ ਜਾਏਗਾ। ਕਿੰਨਾ ਆ ਜਾਏਗਾ? ਬੀ ਆ ਜਾਏਗਾ। ਠੀਕ ਹੈ, ਓਕੇ। ਤੇ 3.25% ਜਿਹੜਾ ਇੰਪਲੋਇਰ ਦੀ ਕੰਟਰੀਬਿਊਸ਼ਨ ਹੋਏਗੀ, ਤਾਂ ਸਿਰਫ ਜਿਹੜੀ ਇੰਪਲੋਈ ਦੀ ਕੰਟਰੀਬਿਊਸ਼ਨ ਹੈ ਉਹ ਸਿਰਫ ਕਿੰਨੀ ਹੋ ਜਾਏਗੀ? 0.75% ਹੋ ਜਾਏਗੀ। ਓਕੇ, ਚਲੋ ਅਗਲਾ ਕੁਐਸਚਨ ਦੇਖੋ। ਇਹ ਨਵੇਂ ਜਿਹੜੇ ਰੇਟ ਹੈ ਨਾ, ਇਹ 2019 ਵਿੱਚ ਇਹਨੂੰ ਡਿਸੀਜ਼ਨ ਲਿੱਤਾ ਗਿਆ ਸੀ 1 ਜੁਲਾਈ ਨੂੰ ਕਿ ਇਸ ਤਰ੍ਹਾਂ ਦੇ ਆਪਾਂ ਹੁਣ ਰੇਟ ਰੱਖਾਂਗੇ। ਅਕੋਰਡਿੰਗ ਟੂ ਦ ਇੰਪਲੋਇਜ਼ ਪ੍ਰੋਵਾਈਡਡ ਫੰਡ ਐਂਡ ਮਿਸਸੈਲੇਨੀਅਸ ਪ੍ਰੋਵੀਜ਼ਨਸ ਐਕਟ ਦ ਅਕਾਊਂਟ ਆਫ ਦੀ ਸੈਂਟਰ ਬੋਰਡ ਆਰ ਆਡੀਟਡ ਐਨੂਅਲ ਬਾਈ। ਹੁਣ ਜਿਵੇਂ ਆਪਾਂ ਸੈਂਟਰ ਬੋਰਡ ਦੀ ਗੱਲ ਕਰੀਏ, ਉਹਦਾ ਜਿਹੜਾ ਕੰਮ ਅਕਾਊਂਟਸ ਵਰਕ ਹੁੰਦਾ ਹੈ, ਜਿਸ ਵਿੱਚ ਅਕਾਊਂਟਸ ਹੁੰਦੇ ਨੇ, ਜੇ ਉਹਨਾਂ ਨੂੰ ਆਪਾਂ ਨੇ ਆਡੀਟਡ ਕਰਾਉਣਾ ਹੈ, ਉਹ ਕੌਣ ਕਰੇਗਾ? ਸੈਂਟਰਲ ਪ੍ਰੋਵਾਈਡਡ ਫੰਡ ਕਮਿਸ਼ਨਰ ਕਰੇਗਾ, ਐਨੀ ਆਡੀਟਰ ਅਪੁਆਇੰਟਡ ਬਾਈ ਸੈਂਟਰ ਗੌਰਮੈਂਟ, ਜਾਂ ਕੋਈ ਐਸਾ ਆਡੀਟਰ ਜਿਹੜਾ ਸੈਂਟਰ ਗੌਰਮੈਂਟ ਦੁਆਰਾ ਅਪੁਆਇੰਟ ਕੀਤਾ ਗਿਆ, ਜਾਂ ਕੰਪਟਰੋਲਰ ਆਡੀਟਰ ਜਨਰਲ ਜਿਹੜਾ ਆਪਣਾ ਇੰਡੀਆ ਦਾ ਉਹ ਕਰੇਗਾ, ਮਤਲਬ ਕੀ ਨਾਮ ਹੈ, ਆਡਿਟ ਕਰੇਗਾ। ਡੀ ਆਪਸ਼ਨ, ਜਾਂ ਐਸਾ ਆਡਿਟ ਜਿਹੜਾ ਚੇਅਰਮੈਨ ਡਿਸਾਈਡ ਕਰੇਗਾ ਕਿ ਹਾਂ ਭਾਈ ਅਸੀਂ ਇਸ ਆਡੀਟਰ ਨੂੰ ਅਪੁਆਇੰਟ ਕਰਨ ਜਾ ਰਹੇ ਹਾਂ ਜੋ ਸਾਡੇ ਅਕਾਊਂਟਸ ਨੂੰ ਆਡਿਟ ਕਰੇਗਾ। ਕਿਹੜਾ ਆਪਸ਼ਨ ਲੱਗ ਰਿਹਾ ਤੁਹਾਨੂੰ? 62 ਦਾ ਆਂਸਰ ਕਿਹੜਾ ਆਏਗਾ? ਕੌਣ ਕਰੇਗਾ? ਇੰਪਲੋਇਰ ਪ੍ਰੋਵਾਈਡਡ ਫੰਡ ਵਿੱਚ ਜਿਹੜੇ ਚੇਅਰ ਸੈਂਟਰ ਬੋਰਡ ਹੈ ਉਹਦੇ ਜਿਹੜੇ ਅਕਾਊਂਟਸ ਨੂੰ ਕੌਣ ਹੈਂਡਲ ਕਰੇਗਾ, ਕੌਣ ਆਡਿਟ ਕਰੇਗਾ, ਕੌਣ ਕਰੇਗਾ? ਕੈਗ ਕਰੇਗਾ, ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਹੀ ਕਰੇਗਾ। ਯਾਦ ਰੱਖਣਾ ਇਸ ਚੀਜ਼ ਨੂੰ। ਇਨ ਕੇਸ ਆਫ ਦ ਵੇਅਰ ਵੂਮਨ ਹੈਵਿੰਗ ਥਰਡ ਚਾਈਲਡ, ਜੇ ਕਿਸੇ ਵੂਮਨ ਕੋਲ ਹੁਣ ਥਰਡ ਚਾਈਲਡ ਦੀ ਪ੍ਰੈਗਨੈਂਸੀ ਹੁੰਦੀ ਹੈ ਤਾਂ ਉਹਨੂੰ ਕਿੰਨਾ ਬੈਨੀਫਿਟ ਮਿਲ ਸਕਦਾ ਹੈ ਅੰਡਰ ਦੀ ਮੈਟਰਨਿਟੀ ਬੈਨੀਫਿਟ ਅਮੈਂਡਮੈਂਟ ਐਕਟ? ਯਾਨੀ ਕਿ ਉਹਨੂੰ ਕਿੰਨੇ ਵੀਕਸ ਦੀ ਛੁੱਟੀ ਮਿਲ ਸਕਦੀ ਹੈ? 18, 12, 26, 8। ਇਹਦਾ ਆਂਸਰ ਆ ਜਾਏਗਾ ਆਪਣਾ 12 ਹਫ਼ਤਿਆਂ ਦੀ ਹੁਣ ਤੁਹਾਨੂੰ ਛੁੱਟੀ ਮਿਲ ਸਕਦੀ ਹੈ। ਡਨ। ਅਗਲਾ ਕੁਐਸਚਨ, ਹੈਜ਼ ਪਰ ਦਾ ਸੈਕਸ਼ਨ 9 ਆਫ ਦੀ ਪੇਮੈਂਟ ਆਫ ਬੋਨਸ ਐਕਟ 1965 ਦ ਬੋਨਸ ਸ਼ੁੱਡ ਪੇਡ ਇਨ ਕੈਸ਼ ਐਂਡ ਵਿਦਿਨ ਡੈਸ਼ ਮੰਥ ਫਰੋਮ ਦੀ ਕਲੋਜ਼ ਆਫ ਦੀ ਕਾਊਂਟਿੰਗ ਈਅਰ। ਕਹਿੰਦਾ ਜਿਵੇਂ ਆਪਾਂ ਬੋਨਸ ਐਕਟ ਪੜ੍ਹਦੇ ਹਾਂ ਉਹਦੇ ਸੈਕਸ਼ਨ 90 'ਚ ਦੱਸਿਆ ਕਿ ਆਪਾਂ ਨੇ ਬੋਨਸ ਪੇ ਕਰਨਾ ਹੈ, ਇਨ ਕੈਸ਼ ਵਿੱਚ ਪੇ ਕਰਨਾ ਹੈ, ਤਾਂ ਕਿੰਨੇ ਮਹੀਨੇ 'ਚ ਉਸਨੂੰ ਪੇ ਕਰ ਦੇਣਾ ਚਾਹੀਦਾ ਹੈ? ਇੰਪਲੋਇਰ ਵੱਲੋਂ ਇੰਪਲੋਈ ਨੂੰ ਕਿੰਨੇ ਮਹੀਨੇ 'ਚ ਪੇਮੈਂਟ ਕਰ ਦੇਣੀ ਚਾਹੀਦੀ ਹੈ ਕਾਊਂਟਿੰਗ ਈਅਰ ਦੇ? 6 ਮਹੀਨਿਆਂ ਵਿੱਚ, 7 ਮਹੀਨਿਆਂ ਵਿੱਚ, 8 ਮਹੀਨੇ, ਵਿਦਿਨ ਦਾ 6 ਮਹੀਨੇ। ਜਦੋਂ ਤੁਹਾਡਾ ਕਲੇਮ ਡਿਸਾਈਡ ਹੋ ਗਿਆ ਕਿ ਤੁਹਾਨੂੰ ਇੰਨਾ ਬੋਨਸ ਮਿਲੇਗਾ, ਤਾਂ ਉਸ ਦਿਨ ਤੋਂ ਲੈ ਕੇ ਅਗਲੇ 6 ਮਹੀਨਿਆਂ ਵਿੱਚ ਤੁਹਾਨੂੰ ਪੇਮੈਂਟ ਹੋ ਜਾਵੇ, ਜਾਂ 7 ਮਹੀਨਿਆਂ ਵਿੱਚ ਹੋ ਜਾਵੇ, ਜਾਂ 8 ਮਹੀਨਿਆਂ 'ਚ ਹੋ ਜਾਵੇ। ਹੁਣ 1 ਸਾਲ ਦੇ ਅੰਡਰ ਹੀ ਹੈ, ਮगर ਕਿੰਨੇ ਮਹੀਨਿਆਂ ਵਿੱਚੋਂ ਪੇਮੈਂਟ ਹੋ ਜਾਣੀ ਚਾਹੀਦੀ ਹੈ? ਇਸ ਐਕਟ ਦੇ ਮੁਤਾਬਿਕ ਕੀ ਕਿਹਾ ਗਿਆ, ਕੀ ਡਾਇਰੈਕਸ਼ਨ ਦਿੱਤੀਆਂ ਗਈਆਂ ਕਿ 8 ਸੀ ਆਪਸ਼ਨ ਆ ਜਾਏਗਾ ਆਪਣਾ, 8 ਮਹੀਨਿਆਂ ਦੇ ਅੰਦਰ ਪੇਮੈਂਟ ਹੋ ਜਾਣੀ ਚਾਹੀਦੀ ਹੈ। ਠੀਕ ਹੈ, ਓਕੇ। ਅਤੇ ਬੋਨਸ ਐਕਟ 1965 ਦਾ ਜਿਹੜਾ ਪੇਮੈਂਟ ਆਫ ਬੋਨਸ ਐਕਟ ਹੈ, ਦੈਨ 8 ਮਹੀਨੇ ਦੇ ਅੰਦਰ ਇਹ ਪੇਮੈਂਟ ਹੋ ਜਾਣੀ ਚਾਹੀਦੀ, 1 ਸਾਲ ਦੇ ਅੰਡਰ ਦੇ 8ਵੇਂ ਮਹੀਨੇ ਤੱਕ ਪੇਮੈਂਟ ਹੋ ਜਾਵੇ। ਮਤਲਬ ਕਿ ਪ੍ਰੋਪਰ ਜਿਹੜਾ ਮਤਲਬ ਪੀਰੀਅਡ ਹੈ ਉਹ ਸਿਰਫ 8 ਮਹੀਨਿਆਂ ਦਾ ਹੀ ਹੋਵੇ 1 ਸਾਲ ਦੇ ਅੰਡਰ। ਦ ਪ੍ਰੋਵੀਜ਼ਨ ਆਫ ਦ ਸੈਕਸ਼ਨ 74 ਚੈਪਟਰ 9 ਆਫ ਦ ਕੋਡ ਐਂਡ ਲੈਜਿਸਲੇਸ਼ਨ ਸ਼ੈਲ ਨੋਟ ਅਪਲਾਈ ਟੂ ਐਨੀ ਐਸਟੈਬਲਿਸ਼ਮੈਂਟ ਵਿਚ ਇਜ਼ ਦ ਡੈਸ਼ employ less than 50 employees, A option, set up for a construction activity, both A and B, none of the above। ਜਿਹੜਾ ਆਪਣਾ ਸੈਕਸ਼ਨ 74 ਹੈ ਨਵੇਂ ਕੋਡ ਦਾ, ਚੈਪਟਰ 9 ਵਿੱਚ ਗੱਲ ਕੀਤੀ ਹੋਈ ਹੈ, ਕੋਈ ਐਸੀ ਸਟੈਬਲਿਸ਼ਮੈਂਟ ਜਿੱਥੇ ਕਿਹੜੀ ਸਟੇਟਮੈਂਟ ਤੁਹਾਨੂੰ ਠੀਕ ਲੱਗ ਰਹੀ ਹੈ ਕਿ ਜੇ ਇਸ ਨਾਲੋਂ ਘੱਟ ਕੰਮ ਕਰਦੇ ਨੇ ਤਾਂ ਉਹ ਇੰਡਸਟਰੀਏਸ਼ਨ ਦੇ ਕੋਡ ਵਿੱਚ ਨਹੀਂ ਆਉਣਗੇ। ਜੇ ਉੱਥੇ ਇੰਪਲੋਈ ਲੈਸ ਦੈਨ 50 ਨੇ ਜਾਂ ਉਹ ਕੰਸਟਰਕਟਡ ਐਕਟੀਵਿਟੀ 'ਚ ਨੇ, ਬੋਥ A and B, ਤਾਂ ਉਹ ਐਸੇ ਜਿਹੜੇ ਇਹਨਾਂ ਸਟੇਟਮੈਂਟ ਵਿੱਚੋਂ 2 ਸਟੇਟਮੈਂਟ ਜਾਂ 1 ਐਸੀ ਸਟੇਟਮੈਂਟ ਹੈ ਜੋ ਐਸੇ ਇਸ ਇੰਡਸਟਰੀਏਸ਼ਨ ਦੇ ਵਿੱਚ ਆਉਣਗੇ ਤਾਂ ਹੁਣ ਉਹ ਅਪਲਾਈ ਨਹੀਂ ਕਰ ਪਾਉਣਗੇ ਆਪਣੇ ਆਪ ਨੂੰ ਇੰਡਸਟਰੀਅਲ ਰਿਲੇਸ਼ਨ ਦੇ ਕੋਡ ਵਿੱਚ ਲਿਆਉਣ ਲਈ। ਦੱਸੋ ਕਿਹੜਾ ਆਨਸਰ ਹੋਏਗਾ? ਇਹਦਾ ਆਨਸਰ ਆ ਜਾਏਗਾ ਬੋਥ A and B। ਦੈਨ ਜਿੱਥੇ 50 ਤੋਂ ਘੱਟ ਇੰਪਲੋਈ ਕੰਮ ਕਰਦੇ ਨੇ ਉਸ ਦੇ ਉੱਪਰ ਕੋਡ ਇੰਡਸਟਰੀਏਸ਼ਨ ਨਹੀਂ ਲੱਗੇਗਾ ਸੈਕਸ਼ਨ 74 ਦੇ ਮੁਤਾਬਿਕ ਚੈਪਟਰ 9 ਦੇ ਅੰਡਰ। ਜੇ ਉਹ ਕੋਈ ਕੰਸਟਰਕਸ਼ਨ ਐਕਟੀਵਿਟੀ ਕਰਦੇ ਨੇ ਤਾਂ ਵੀ ਉਹ ਇੰਡਸਟਰੀਏਸ਼ਨ ਕੋਡ ਦੇ ਅੰਡਰ ਨਹੀਂ ਆਉਣਗੇ। ਦੈਨ A and B ਆਪਸ਼ਨ, ਠੀਕ ਹੈ, ਸੀ ਆਨਸਰ ਆ ਜਾਏਗਾ। ਓਕੇ, ਜਿਵੇਂ ਉਰੇ ਸੈਕਸ਼ਨ 74 'ਚ ਇਹ ਗੱਲ ਕੀਤੀ ਹੋਈ ਹੈ ਕਿ ਜਿਹੜਾ ਇੰਡਸਟਰੀਅਲ ਐਸਟੈਬਲਿਸ਼ਮੈਂਟ ਹੈ ਜੇ ਉੱਥੇ 50 ਤੋਂ ਘੱਟ ਬੰਦੇ ਕੰਮ ਕਰਦੇ ਹੋਣਗੇ ਪਿਛਲੇ 12 ਮਹੀਨਿਆਂ ਵਿੱਚ ਤਾਂ ਉੱਥੇ ਐਪਲੀਕੇਬਲ ਨਹੀਂ ਹੋਏਗਾ, ਅਪਲਾਈ ਨਹੀਂ ਕਰ ਪਾਉਣਗੇ ਇੰਡਸਟਰੀਏਸ਼ਨ ਕੋਡ ਲਈ, ਦੈਨ ਉਸਦੇ ਬੈਨੀਫਿਟਸ ਲਈ।
ਤੇ ਦੂਜੀ ਜਿਹੜੀ ਹੈ ਇਹਦੀ ਕੰਡੀਸ਼ਨ ਲਗਾਈ ਗਈ ਹੈ, ਜੇ ਕੋਈ ਕੰਸਟਰਕਸ਼ਨ ਵਰਕਰ ਚੱਲ ਰਿਹਾ ਜਿਵੇਂ ਬਿਲਡਿੰਗ ਦਾ, ਬ੍ਰਿਜਿਸ ਦਾ, ਰੋਡ ਦਾ, ਕਨਾਲ ਦਾ, ਉਹਨਾਂ ਦੇ ਉੱਪਰ ਇਹ ਜਿਹੜਾ ਇੰਡਸਟਰੀਏਸ਼ਨ ਕੋਡ ਹੈ ਉਹ ਐਪਲੀਕੇਬਲ ਨਹੀਂ ਹੋ ਪਾਏਗਾ। ਓਕੇ, ਅਗਲਾ ਕੁਐਸਚਨ ਆਨਸਰ ਦੇਖ ਗਿਆ ਹੋਣਾ, ਚਲੋ ਮਾਫੀ ਚਾਹਾਂਗਾ ਮੈਂ, ਮਗਰ ਤੁਸੀਂ ਮੈਨੂੰ ਦੱਸ ਸਕਦੇ ਹੋ ਜੇ ਤੁਹਾਨੂੰ ਨਹੀਂ ਦੇਖਿਆ ਤਾਂ ਇਹ ਅੱਛੀ ਗੱਲ ਹੈ। ਵਿਚ ਆਫ ਦਾ ਫੋਲੋਇੰਗ ਸ਼ੈਲ ਬੀ ਇੰਕਲੂਡਿਡ ਇਨ ਦਾ ਵੇਜਿਸ ਅੰਡਰ ਦ ਕੋਡ ਔਨ ਵੇਜਿਸ। ਹੁਣ ਵੇਜਿਸ ਵਿੱਚ ਕੀ ਆ ਜਾਂਦਾ ਹੈ? ਰਿਟੇਨਿੰਗ ਅਲਾਊਂਸ ਆਉਂਦੇ ਹੈ, ਜਾਂ ਰਿਟਰੈਚਮੈਂਟ ਅਲਾਊਂਸ ਆਉਂਦੇ ਆ, ਓਵਰ ਟਾਈਮ ਅਲਾਊਂਸ ਆਉਂਦੇ ਆ, ਹਾਊਸ ਰੈਂਟ ਅਲਾਊਂਸ ਆਉਂਦੇ ਆ ਨਵੇਂ ਕੋਡ ਦੇ ਮੁਤਾਬਿਕ। ਇਹਦਾ ਆਨਸਰ ਆ ਜਾਏਗਾ ਆਪਣਾ ਰਿਟੇਨਿੰਗ ਅਲਾਊਂਸ ਆਉਂਦੇ। ਕਿਹੜੇ ਆਉਂਦੇ ਆ? ਰਿਟੇਨਿੰਗ ਅਲਾਊਂਸ। ਬੇਸਿਕ ਵੇਜਿਸ ਵਿੱਚ ਮਤਲਬ ਰਿਟੇਨਿੰਗ ਅਲਾਊਂਸ ਆ ਜਾਂਦੇ ਆ। ਓਕੇ, ਅਗਲਾ ਕੁਐਸਚਨ ਦੇਖੋ, ਮਿਨੀਮਮ ਵੇਜਿਸ ਸ਼ੈਲ ਬੀ ਰਿਵਾਈਜ਼ਡ ਐਂਡ ਰਿਵਿਊਡ ਬਾਈ ਦਾ ਐਪਰੋਪ੍ਰੀਏਟ ਗਵਰਨਮੈਂਟ ਐਟ ਦਾ ਇੰਟਰਵਲ ਆਫ ਡੈਸ਼ ਈਅਰਸ ਐਜ਼ ਪਰ ਕੋਡ ਔਨ ਵੇਜਿਸ। ਹੁਣ ਜੇ ਤੁਹਾਨੂੰ ਮੈਂ ਕਿਹਾ ਸੀ ਜਿਹੜੇ ਮਿਨੀਮਮ ਵੇਜਿਸ ਡਿਸਾਈਡ ਕਰੇਗੀ ਸੈਂਟਰ ਗਵਰਨਮੈਂਟ, ਹੁਣ ਉਹਨਾਂ ਨੂੰ ਟਾਈਮ ਨਹੀਂ ਦੇਖਣਾ ਵੀ ਤਾਂ ਪਏਗਾ ਨਾ, ਕਿਉਂਕਿ ਮਹਿੰਗਾਈ ਦੇ ਹਿਸਾਬ ਸਿਰ ਮਿਨੀਮਮ ਵੇਜਿਸ ਚੇਂਜਿਸ ਵੀ ਹੋਣੇ ਚਾਹੀਦੇ ਨੇ। ਤਾਂ ਕਿੰਨੇ ਸਾਲਾਂ ਬਾਅਦ ਉਹ ਜਾ ਕੇ ਦੁਬਾਰਾ ਮੀਟਿੰਗ ਬਿਠਾਏਗੀ ਅਤੇ ਦੇਖੇਗੀ ਕਿ ਆ ਮਿਨੀਮਮ ਵੇਜਿਸ ਚੇਂਜ ਕਰਨ ਦੀ ਲੋੜ ਹੈ ਜਾਂ ਨਹੀਂ ਹੈ। ਤਾਂ ਉਹ ਕਿੰਨੇ ਸਾਲ ਦਾ ਪੀਰੀਅਡ ਹੁੰਦਾ ਹੈ? 3 ਸਾਲ, 4 ਸਾਲ, 5 ਸਾਲ, 6 ਸਾਲ। ਇਹ ਤੁਹਾਨੂੰ ਕਰਾਇਆ ਹੋਇਆ ਮੈਂ। ਇਹਦਾ आंसर आ जाएगा 5 साल आ जाएगा, सी ऑप्शन आ जाएगा। ठीक है, कितना आ जाएगा? सी ऑप्शन आ जाएगा। ओके, अगला क्वेश्चन, वट इज़ द मैक्सिमम टर्म ऑफ इंप्रिजमेंट इन केस ऑफ द वायलेशन ऑफ द कोड ऑन वेजिस। ਦੈਨ ਜੇ ਤੁਸੀਂ ਕੋਡ ਔਨ ਵੇਜਿਸ ਦੇ ਮਤਲਬ ਪ੍ਰੋਵੀਜ਼ਨਸ ਨੂੰ ਵਾਇਲੇਟ ਕਰਦੇ ਹੋ ਤਾਂ ਕਿੰਨੇ ਟਰਮ ਦੀ ਇੰਪ੍ਰਿਜ਼ਮੈਂਟ ਹੋ ਸਕਦੀ ਹੈ? 3 ਸਾਲ ਦੀ ਸਜ਼ਾ ਤੇ 1 ਲੱਖ ਦਾ ਫਾਈਨ, ਪਲੱਸ 3 ਸਾਲ ਦੀ ਸਜ਼ਾ 1 ਲੱਖ ਦਾ ਫਾਈਨ, ਜਾਂ ਮਤਲਬ 3 ਸਾਲ ਦੀ ਸਜ਼ਾ ਹੋ ਸਕਦੀ ਹੈ, ਸੌਰੀ ਮਾਫ ਕਰਨਾ, ਸਾਲ ਕਹਿ ਗਿਆ ਔਰ ਮੈਂ, 3 ਮਹੀਨੇ ਦੀ ਸਜ਼ਾ ਜਾਂ 1 ਲੱਖ ਦਾ ਫਾਈਨ ਦੂਜੇ ਆਪਸ਼ਨ ਨੂੰ। ਤੀਜੀ ਆਪਸ਼ਨ 3 ਮਹੀਨੇ ਦਾ ਫਾਈਨ ਜਾਂ ਫਾਈਨ ਅਪ ਟੂ 1 ਲੱਖ। ਡਨ। ਤੇ ਡੀ ਆਪਸ਼ਨ ਨਨ ਆਫ ਦੀ ਅਬਵ। ਤੁਹਾਨੂੰ ਦਿਖ ਗਿਆ ਹੋਣਾ, ਇਸ ਦਾ ਆਨਸਰ ਕੀ ਆ ਜਾਏਗਾ? ਜਾਂ ਤਾਂ 3 ਮਹੀਨੇ ਸਜ਼ਾ ਹੋ ਜਾਏਗੀ ਐਂਡ 1 ਲੱਖ ਦਾ ਫਾਈਨ ਹੋ ਸਕਦਾ ਹੈ, ਜਾਂ ਇਕੱਲਾ 1 ਲੱਖ ਦਾ ਫਾਈਨ ਹੋ ਸਕਦਾ, ਸਜ਼ਾ ਨਹੀਂ ਹੋ ਸਕਦੀ, ਜਾਂ ਇਕੱਲਾ 3 ਮਹੀਨੇ ਸਜ਼ਾ ਹੋ ਸਕਦੀ ਹੈ। ਤਿੰਨੋਂ ਕੰਡੀਸ਼ਨਾਂ ਹੋ ਸਕਦੀਆਂ ਸੀ ਆਪਸ਼ਨ ਵਿੱਚ। ਡਨ। ਪਹਿਲੀ ਗੱਲ 3 ਮਹੀਨੇ ਸਜ਼ਾ ਹੋ ਜਾਏਗੀ, ਚਲੋ ਇਹ ਕੰਡੀਸ਼ਨ ਲੱਗ ਗਈ। ਜੇ ਇਹ ਨਾ ਹੋਈ ਤਾਂ ਫਾਈਨ ਲੱਗ ਜਾਏਗਾ, ਸਮਝ ਗਏ? ਫਾਈਨ ਲੱਗ ਜਾਏਗਾ, ਜਾਂ ਦੋਨੋਂ ਹੋ ਸਕਦੀਆਂ। ਓਕੇ, ਐਂਡ ਔਰ ਦੋਨੋਂ ਪਾਤਾ ਨਾ ਉਹਨਾਂ ਨੇ, ਸੀ ਆਪਸ਼ਨ ਲੱਗ ਜਾਏਗਾ। ਕਹਿੰਦੇ ਐਪਰੋਪ੍ਰੀਏਟ ਗਵਰਨਮੈਂਟ ਸ਼ੈਲ ਗਿਵ ਦੀ ਨੋਟਿਸ ਆਫ ਨੋਟ ਲੈਸ ਦੈਨ ਡੈਸ਼ ਫॉर ਅਪਲਾਈਂਗ ਦੀ ਪ੍ਰੋਵੀਜ਼ਨਸ ਆਫ ਦੀ ਕੰਟਰੈਕਟ ਲੇਬਰ ਰੈਗੂਲੇਸ਼ਨ ਐਕਟ 1970। ਦੱਸੋ ਮੈਨੂੰ। ਇਹ 1 ਮੰਥ, 2 ਮੰਥ, 45 ਡੇਜ਼, ਨਨ ਆਫ ਦੀ ਅਬਵ। ਕਹਿੰਦੇ ਜੇ ਆਪਾਂ ਨੇ ਆਪਣੇ ਕਿਸੇ ਵੀ ਸਟੈਬਲਿਸ਼ਮੈਂਟ ਵਿੱਚ ਕੰਟਰੈਕਟ ਲੇਬਰ ਰੈਗੂਲੇਸ਼ਨ ਅਤੇ ਅਬੋਲੀਸ਼ਨ ਐਕਟ ਦੇ ਪ੍ਰੋਵੀਜ਼ਨਸ ਲਾਗੂ ਕਰਵਾਉਣਾ ਹੈ ਤਾਂ ਉਸ ਲਈ ਐਪਰੋਪ੍ਰੀਏਟ ਜਿਹੜੀ ਗਵਰਨਮੈਂਟ ਹੋਏਗੀ ਕਿੰਨੇ ਮਹੀਨਿਆਂ ਦਾ ਨੋਟਿਸ ਦੇਗੀ? 1 ਮੰਥ, 2 ਮੰਥ, 45 ਡੇਜ਼, ਨਨ ਆਫ ਦੀ ਅਬਵ। ਇਹਦਾ ਆਨਸਰ ਆ ਜਾਏਗਾ 2 ਮਹੀਨੇ ਦਾ ਨੋਟਿਸ ਤਾਂ ਹੋਏਗਾ ਹੀ ਹੋਏਗਾ, ਧਿਆਨ ਰੱਖਣਾ। ਬੀ ਆਪਸ਼ਨ ਆ ਜਾਏਗਾ 2 ਮਹੀਨੇ ਦਾ ਨੋਟਿਸ ਤਾਂ ਹੋਏਗਾ ਹੀ ਹੋਏਗਾ। ਓਕੇ, ਹੁਣ ਆਪਾਂ ਨੇ ਫੋਲੋਇੰਗ ਸਟੇਟਮੈਂਟ ਦੇਖਣੀ ਹੈ। ਪਹਿਲੀ ਦੇਖੋ ਸਟੇਟਮੈਂਟ, ਇੰਡਸਟਰੀਅਲ ਇੰਪਲੋਇਮੈਂਟ ਸਟੈਂਡਿੰਗ ਆਰਡਰ ਐਕਟ 1946 requires that employer have terms including working hours, leave, productivity goals approved by government body। पहले स्टेटमेंट पढ़ ली, क्या स्टेटमेंट ठीक है, ये ध्यान से रखना। दूसरी स्टेटमेंट पढ़ो, वुमन आर परमिटेड टू वर्क नाइट शिफ्ट्स एज पर द कॉन्ट्रैक्ट लेबर रेगुलेशन एक्ट 1970। क्या स्टेटमेंट ठीक है? ये तुसी देखना है। हुण ऑप्शन दसो, क्या पहली स्टेटमेंट ठीक है, दूजी ठीक है, दोनों ठीक है या दोनों इनकरैक्ट है? ਦੁਬਾਰਾ ਆਪਸ਼ਨ ਦੇਖ ਲਓ। ਪਹਿਲੀ ਸਟੇਟਮੈਂਟ ਦੇਖ ਲਓ ਕਿ ਜਿਹੜਾ ਇੰਡਸਟਰੀਅਲ ਇੰਪਲੋਇਮੈਂਟ ਸਟੈਂਡਿੰਗ ਆਰਡਰ ਐਕਟ ਹੈ ਉਹ ਇਹ ਕਹਿੰਦਾ ਹੈ ਇੰਪਲੋਇਰ ਜਿਹੜਾ ਦਾ ਟਰਮ ਹੈ ਉਸ ਵਿੱਚ ਆਪਾਂ ਵਰਕਿੰਗ ਆਵਰਸ ਵੀ ਦੇਖਾਂਗੇ, ਲੀਵ ਵੀ ਦੇਖਾਂਗੇ, ਪ੍ਰੋਡਕਟਿਵਿਟੀ ਗੋਲਸ ਵੀ ਦੇਖਾਂਗੇ। ਇਹ ਅਪਰੂਵਡ ਕਰੇਗੀ ਗਵਰਨਮੈਂਟ ਬੋਡੀ। ਕਿਆ ਸਟੇਟਮੈਂਟ ਠੀਕ ਹੈ ਇਸ ਦੇ ਮੁਤਾਬਿਕ? ਕਹਿਣ ਦਾ ਭਾਵ ਇਹ ਹੋ ਗਿਆ ਸਟੈਂਡਿੰਗ ਆਰਡਰ ਕੀ ਹੁੰਦੇ ਆ? ਇੰਪਲੋਇਰ ਬਣਾਉਂਦਾ, ਤਾਂ ਉਸ ਸਟੈਂਡਿੰਗ ਆਰਡਰ ਵਿੱਚ ਕੀ ਰੱਖੇਗਾ? ਵਰਕਿੰਗ ਆਵਰਸ ਰੱਖੇਗਾ, ਲੀਵਸ ਰੱਖੇਗਾ, ਪ੍ਰੋਡਕਟਿਵਿਟੀ ਗੋਲਸ ਰੱਖੇਗਾ, ਫਿਰ ਉਹਨੂੰ ਗਵਰਨਮੈਂਟ ਬੋਡੀ ਦੁਆਰਾ ਅਪਰੂਵ ਵੀ ਕਰਵਾਇਆ ਜਾਏਗਾ। ਕਿਆ ਇਹ ਇਸ ਐਕਟ ਵਿੱਚ ਇਸ ਤਰ੍ਹਾਂ ਦੇ ਓਬਜੈਕਟਿਵ ਹੈਗੇ? ਪਹਿਲੀ ਸਟੇਟਮੈਂਟ ਪੜ੍ਹ ਲਓ ਧਿਆਨ ਨਾਲ। ਹੁਣ ਦੂਜੀ ਸਟੇਟਮੈਂਟ ਦੇਖੋ ਕਿ ਵੂਮਨ ਕੰਮ ਕਰਨਾ ਮਤਲਬ ਇਜਾਜ਼ਤ ਦਿੱਤੀ ਹੋਈ ਹੈ ਨਾਈਟ ਸ਼ਿਫਟ ਵਿੱਚ, ਕਿਸ ਐਕਟ ਦੇ ਮੁਤਾਬਿਕ? ਕੰਟਰੈਕਟ ਲੇਬਰ ਰੈਗੂਲੇਸ਼ਨ ਐਂਡ ਅਬੋਲੀਸ਼ਨ ਐਕਟ ਦੇ ਮੁਤਾਬਿਕ। ਦੱਸੋ, ਦੋਨੋਂ ਸਟੇਟਮੈਂਟ ਦੇਖਦੇ ਹੋਏ ਧਿਆਨ 'ਚ ਰੱਖਦੇ ਹੋਏ ਮੈਨੂੰ ਦੱਸੋ ਕਿਹੜੀ ਸਟੇਟਮੈਂਟ ਤੁਹਾਨੂੰ ਠੀਕ ਲੱਗ ਰਹੀ ਹੈ। ਇਹਦਾ ਆਨਸਰ ਆ ਜਾਏਗਾ ਆਪਣਾ ਦੋਨੋਂ ਸਟੇਟਮੈਂਟ ਠੀਕ ਹੈ। ਠੀਕ ਹੈ, ਨਾਈਟ ਸ਼ਿਫਟ ਦੀ ਪਰਮਿਸ਼ਨ ਮਿਲੀ ਹੋਈ ਹੈ ਕੰਟਰੈਕਟ ਲੇਬਰ ਰੈਗੂਲੇਸ਼ਨ ਐਕਟ ਦੇ ਮੁਤਾਬਿਕ, ਅਤੇ ਇੰਡਸਟਰੀਅਲ ਲੇਬਰ ਜਿਹੜੇ ਰੈਗੂਲੇਸ਼ਨ ਦੇ ਆਪਣੇ ਸਟੈਂਡਿੰਗ ਆਰਡਰ ਹੈ ਤਾਂ ਉਸ ਨਾਲ ਰਿਲੇਟਿਡ ਜਿਹੜੇ ਇੰਪਲੋਇਰ
ਜਿਹੜੇ ਆਰਡਰ ਸਬਮਿਟ ਕਰਾਏਗਾ ਇੱਕ ਡਰਾਫਟ ਦੇਗਾ, ਉਸ ਵਿੱਚ ਉਹ ਸਾਰਾ ਕੁਝ ਪਾਏਗਾ, ਵਰਕ ਆਰ, ਠੀਕ ਹੈ, ਪ੍ਰੋਡਕਟਿਵਿਟੀ ਗੋਲ, ਸਾਰਾ ਕੁਝ ਪਾਏਗਾ। ਓਕੇ, वर्किंग आवर हो गया, लीव हो गई, प्रोडक्टिविटी गोल्स हो गए, सारा कुछ पाएगा। उस तो बाद अगला क्वेश्चन देखो, एनी इंप्लॉयर और वर्कर एग्रीड बाय एन एनी ऑर्डर मेड बाय हिम आएगा, और एन अथॉरिटी अपॉइंटेड बाय सेंट्रल गवर्नमेंट फॉर द पर्पस ऑफ फाइलिंग अ अपील में फर्दर प्रेफर अपील टू विच ऑफ द फॉलोइंग अथॉरिटी हैज पर द इक्वल रेमुनरेशन एक्ट। दसो मैं होर कित्थे अगे अपील कर सकता है, लास्ट कित्थे अपील कर सकता है, सुप्रीम कोर्ट च अपील कर सकता है। समझ गए? ओके डन। इक्वल रेमुनरेशन के एक्ट के मुताबिक, ठीक है, जो उन्होंने अगे अपील करनी है डन, किसी भी क्लेम लैके किसी अथॉरिटी के जोड़े फैसले आए हैं उस तो खिलाफ जाके जो अगे अपील करनी है तो सुप्रीम कोर्ट जाके अपील कर सकता है। अगला क्वेश्चन देखो, विच ऑफ द फॉलोइंग अथॉरिटी हैज़ द राइट मेक द रूल्स फॉर कैरिंग आउट द प्रोविजन फॉर इक्वल रेमुनरेशन एक्ट। जे इक्वल रेमुनरेशन एक्ट ਲਈ ਜਿਹੜੇ रूल्स ਰੈਗੂਲੇਸ਼ਨਸ ਬਣਾਉਣੇ ਨੇ ਉਹ ਜ਼ਿੰਮੇਵਾਰੀ ਕਿਸ ਦੇ ਹੱਥ ਹੈ? ਸਟੇਟ ਗਵਰਨਮੈਂਟ ਦੇ ਹੱਥ ਹੈ, ਸੈਂਟਰ ਗਵਰਨਮੈਂਟ ਦੇ ਹੱਥ ਹੈ, ਸੁਪਰੀਮ ਕੋਰਟ ਦੇ ਹੱਥ ਹੈ, ਨਨ ਆਫ ਦਿਸ। ਦੱਸੋ ਮੈਨੂੰ। ਆਪਾਂ ਨੇ ਇਕੁਅਲ ਰੈਮੂਨਰੇਸ਼ਨ ਐਕਟ ਪੜ੍ਹਿਆ ਸੀ ਨਾ, ਹੁਣ ਉਹਦੇ ਰੂਲਸ ਲਾਗੂ ਕਰਵਾਉਣੇ ਨੇ ਡਨ, ਜਾਂ ਰੂਲਸ ਬਣਾਉਣੇ ਨੇ ਡਨ ਪਰਟੀਕੂਲਰ ਇਸਟੈਬਲਿਸ਼ਮੈਂਟ ਲਈ, ਪਰਟੀਕੂਲਰ ਸਟੇਟ ਦੀ ਇਸਟੈਬਲਿਸ਼ਮੈਂਟਸ ਲਈ, ਪਰਟੀਕੂਲਰ ਫੈਕਟਰੀਜ਼ ਲਈ, ਤਾਂ ਉਹ ਜ਼ਿੰਮੇਵਾਰੀ ਕਿਸ ਦੇ ਹੱਥ ਹੈ? ਕਿਹੜੀ ਅਥਾਰਟੀ ਹੈ ਜੋ ਰੂਲਸ ਬਣਾਏਗੀ? ਸੈਂਟਰ ਗਵਰਨਮੈਂਟ ਬਣਾਏਗੀ, ਸਟੇਟ ਗਵਰਨਮੈਂਟ ਬਣਾਏਗੀ, ਸੁਪਰੀਮ ਕੋਰਟ ਬਣਾਏਗੀ, ਨਨ ਆਫ ਦੀ ਅਬਵ। ਇਹਦਾ ਆਂਸਰ ਕੀ ਆ ਜਾਏਗਾ ਆਪਣਾ? ਦੱਸੋ। ਇਹਦਾ आंसर आ जाएगा बी ऑप्शन। कौन बनाएगा? स्टेट गवर्नमेंट, सॉरी माफ़ करना, सेंट्रल गवर्नमेंट बनाएगी। ठीक है, इक्वल रेमुनरेशन एक्ट में जोड़े रूल्स बनाए जाएंगे किस अथॉरिटी वालों बनाए जाएंगे? सेंट्रल गवर्नमेंट की अथॉरिटी वालों बनाए जाएंगे। अगला क्वेश्चन, द नोटिस टू इंस्पैक्टर हैज़ द मैंशन इन सैक्शन 9 ऑफ द चाइल्ड लेबर प्रोविशन एंड रेगुलेशन एक्ट 1986 शैल बी सेंट विद इन हाउ मैनी डेज ऑफ द इंप्लॉयमेंट ऑफ अ चाइल्ड एंड कमेंसमेंट ऑफ दिस एक्ट विद रिस्पैक्ट टू द पर्टिकुलर एस्टैबलिशमेंट। दसो मैनू 10, 15, 20, 30 किन्ने दिनों के अंदर ये नोटिस चला जाएगा? हुणे तो समझाने की लोड़ नहीं, तो तुहानूं पता ही होएगा। तो एक क्वेश्चन तुहाडे लिए है, तुसीं ये एक्सप्लेन नहीं करांगा मैं, तुसीं आप खुद समझो इसदा क्या आंसर होएगा। एक ही क्वेश्चन विच देवांगा तुहानूं, ताकि तुहाडी भी प्रैक्टिस बने। हर एक क्वेश्चन ही देवांगा एक ही क्वेश्चन विच अंडरस्टैंडिंग लई। इसदा आंसर आ जाएगा अपना 30 दिनों के अंदर। ओके चलो, विच ऑफ द फॉलोइंग इज द कॉन्स्टिट्यूटेड फॉर द पर्पस ऑफ प्रोवाइडिंग द एडवाइजरी सर्विस टू द कॉरपोरेशन अंडर द इंप्लॉयज स्टेट इंश्योरेंस एक्ट 1948। दसो मैनू। हुण इन्हां चार स्टेटमेंट विचों किहड़ी चीज़ कॉन्स्टिट्यूट की गई है किस पर्पस लई? ताकि वो एडवाइस दे सके किन्हां नूं एडवाइजरी सर्विस दे किन्हां नूं? कॉरपोरेशनस नूं। ठीक है, कॉरपोरेशन जिहड़ियां उन्हां नूं एडवाइस दे सके, तो उसदे लई की चीज़ कॉन्स्टिट्यूट की गई है? अंडर द इंप्लॉयज स्टेट इंश्योरेंस एक्ट 1948। जिहड़ा ये अपना इंप्लॉयज स्टेट इंश्योरेंस एक्ट है उसके अंडर एक चीज़ कॉन्स्टिट्यूट की गई है, वो की करेगी? एडवाइस करेगी किन्हां नूं? कॉरपोरेशन नूं करेगी। तो किहड़ी चीज़ हो सकती है? स्टैंडिंग कमेटी कॉन्स्टिट्यूट की गई है, इंप्लॉयज स्टेट इंश्योरेंस कॉरपोरेशन, मेडिकल बेनिफिट काउंसिल, नन ऑफ द अबव। आंसर आ जाएगा अपना की आ जाएगा सी ऑप्शन। ठीक है, मेडिकल बेनिफिट काउंसिल जो एक तरह की एडवाइस करेगी कॉरपोरेशन। डन। ओके, अगला क्वेश्चन ये तुहाडे लिए होमवर्क है। 65 क्वेश्चन तुहाडे लिए होमवर्क है। डन, थोड़ा वड्डा है बट तुहाडे लिए होमवर्क है। ये मैं तुहानूं नैक्सट लैक्चर में तुहानूं मैं एक्सप्लेन करांगा। डन, चंगी तरह पढ़ लो तो आंसर भी दस देना बी ऑप्शन है, मगर तुहानूं समझना होना, तुहाडे उपर है, जिम्मा तुहाडे उपर है। ठीक है, तो तुसीं मैनूं दसना है कि वाकई आंसर ठीक है नहीं ठीक है। ओके चलो, मैटरनिटी बेनिफिट फॉर द कन्फाइनमेंट प्रेगनेंसी इज पेबल फॉर 26 वीक्स which is extendable by further 1 month on medical advice at the rate of full wage subject to the contribution of dash days in the preceding year as per the maternity benefit act। ਹੁਣ ਜਿਹੜਾ ਆਪਾਂ ਮੈਟਰਨਿਟੀ ਬੈਨੀਫਿਟ ਐਕਟ ਪੜ੍ਹਿਆ ਉਸ ਵਿੱਚ 26 ਵੀਕਸ 'ਤੇ ਤੁਹਾਨੂੰ ਛੁੱਟੀ ਮਿਲਦੀ ਹੈ ਨਾ, ਅਤੇ ਜਿਹੜੀ ਫੁੱਲ ਵੇਜ 'ਤੇ ਮਿਲਦੀ ਹੈ, ਮਗਰ ਉਹਦੇ ਲਈ ਇੱਕ ਕੰਡੀਸ਼ਨ ਹੈ ਕਿ ਤੁਹਾਨੂੰ ਪਿਛਲੇ ਸਾਲ ਵਿੱਚ ਘੱਟੋ ਘੱਟ ਇੰਨੇ ਦਿਨ ਤੁਸੀਂ ਰੈਗੂਲਰ ਕੰਮ 'ਤੇ ਆਏ ਹੋਏ ਹੋਣੇ ਚਾਹੀਦੇ ਹੋ, ਹੈ ਨਾ। ਕਿੰਨੇ ਦਿਨ? 65 ਦਿਨ, 70 ਦਿਨ, 91 ਦਿਨ, 75 ਦਿਨ।
ਮੈਟਰਨਿਟੀ ਬੈਨੀਫਿਟ ਐਕਟ ਦੇ ਮੁਤਾਬਿਕ ਤੁਹਾਨੂੰ 26 ਹਫ਼ਤਿਆਂ ਦੀ ਛੁੱਟੀ ਮਿਲ ਸਕਦੀ ਹੈ, ਠੀਕ ਹੈ, ਤੁਹਾਨੂੰ 26 ਵੀਕਸ ਦੀ ਫੁੱਲ ਵੇਜ 'ਤੇ, ਡਨ, ਰੇਟ ਐਟ ਦੀ ਰੇਟ ਆਫ ਫੁੱਲ ਵੇਜ। ਤਾਂ ਉਸ ਦੇ ਲਈ ਤੁਹਾਡਾ ਜਿਹੜਾ ਕੰਟਰੀਬਿਊਸ਼ਨ ਹੈ ਪਿਛਲੇ 1 ਸਾਲ ਵਿੱਚ ਕਿੰਨਾ ਹੋਣਾ ਚਾਹੀਦਾ, ਮਤਲਬ ਪਿਛਲੇ 1 ਸਾਲ ਵਿੱਚ ਤੁਹਾਡੀ ਅਟੈਂਡੈਂਸ ਕਿੰਨੀ ਹੋਏਗੀ, ਕਿੰਨੇ ਦਿਨ ਤੁਹਾਡੇ ਲਗਾਤਾਰ ਕੰਮ ਕੀਤਾ ਹੈ, ਕਿੰਨੀ ਕੰਡੀਸ਼ਨ ਰੱਖੀ ਗਈ ਹੈ, 65 ਦਿਨਾਂ ਦੀ, 70 ਦਿਨਾਂ ਦੀ, ਪਿਛਲੇ 12 ਮਹੀਨਿਆਂ ਵਿੱਚ ਜਿਹੜਾ ਸਾਲ ਲੰਘ ਕੇ ਗਿਆ, 91 ਦਿਨ, 75 ਦਿਨ। ਇਹਦਾ ਆਂਸਰ ਆ ਜਾਏਗਾ ਆਪਣਾ ਬੀ ਆਪਸ਼ਨ, ਠੀਕ ਹੈ। ਕੀ ਆ ਜਾਏਗਾ ਆਪਣਾ ਬੀ, 70 ਦਿਨ, ਠੀਕ ਹੈ। ਘੱਟੋ ਘੱਟ 70 ਦਿਨ ਕੰਮ ਕਰਦੇ ਹੋਣੇ ਚਾਹੀਦੇ ਹੋ ਤੁਸੀਂ ਪਿਛਲੇ 1 ਸਾਲ ਵਿੱਚ ਜਿਹੜਾ ਲੰਘ ਕੇ ਗਿਆ, ਤਾਂ ਹੀ ਤੁਸੀਂ ਇਹਦੇ ਲਈ ਮਤਲਬ ਐਪਲੀਕੇਬਲ ਹੋ। ਅਗਲਾ ਕੁਐਸਚਨ, ਦ ਪੇਮੈਂਟ ਆਫ ਗ੍ਰੈਜੂਟੀ ਐਕਟ ਕਿੱਥੇ ਕਿੱਥੇ ਅਪਲਾਈ ਹੁੰਦਾ? ਮਾਈਨ 'ਚ ਅਪਲਾਈ ਹੁੰਦਾ ਗਿਆ, ਆਇਲ ਫੀਲਡ 'ਚ ਅਪਲਾਈ ਹੁੰਦਾ, ਪੋਰਟ 'ਚ ਅਪਲਾਈ ਹੁੰਦਾ, ਜੇ ਐਵਰੀ ਸ਼ੋਪ ਜਿੱਥੇ 10 ਤੋਂ ਜ਼ਿਆਦਾ ਬੰਦੇ ਕੰਮ ਕਰ ਰਹੇ ਨੇ ਕਿਆ ਉੱਥੇ ਅਪਲਾਈ ਹੁੰਦਾ? ਕੋਈ ਐਸੀ ਸਟੈਬਲਿਸ਼ਮੈਂਟ ਜਿੱਥੇ 10 ਤੋਂ ਜ਼ਿਆਦਾ ਬੰਦੇ ਕੰਮ ਕਰ ਰਹੇ ਨੇ ਉੱਥੇ ਅਪਲਾਈ ਹੁੰਦਾ? ਇਹਨਾਂ ਚਾਰਾਂ ਨੂੰ, ਪੰਜਾਂ ਨੂੰ ਦੇਖਦੇ ਹੋਏ ਦੱਸੋ ਕਿਹੜੀ ਕਿਹੜੀ ਸਟੇਟਮੈਂਟ ਠੀਕ ਹੈ। ਪਹਿਲੇ 3 ਠੀਕ ਹੈ, ਪਹਿਲੇ 4 ਠੀਕ ਹੈ, ਪਹਿਲੇ ਦੂਜੀ ਤੀਜੀ ਪੰਜਵੀਂ ਠੀਕ ਹੈ, ਆਲ ਆਫ ਦੀ ਅਬਵ ਕਰੈਕਟ ਹੈ। ਇਹਦਾ ਆਂਸਰ ਕੀ ਆ ਜਾਏਗਾ ਆਪਣਾ, ਦੱਸੋ? ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ, ਠੀਕ ਹੈ। ਇਹਨਾਂ 'ਚੋਂ ਸਾਰੇ ਸਟੇਟਮੈਂਟ ਤੁਹਾਨੂੰ ਕਰੈਕਟ ਦੇਖਣ ਨੂੰ ਮਿਲਣਗੀਆਂ। ਡਨ, ਓਕੇ। ਮਾਈਨਸ 'ਚ ਹੋਵੇ, ਜਿਹੜੇ ਮਰਜ਼ੀ 'ਚ ਕੰਮ ਕਰਦਾ ਹੋਵੇ, ਗ੍ਰੈਜੂਏਟ ਪੇਮੈਂਟ ਆਫ ਐਕਟ ਲੱਗੇਗਾ ਹੀ ਲੱਗੇਗਾ, ਠੀਕ ਹੈ। ਚਲੋ, ਮੈਨੂੰ ਕੁਛ ਹੋਰ ਯਾਦ ਆ ਰਿਹਾ ਇਸ ਨਾਲ ਰਿਲੇਟਡ, ਨਹੀਂ ਠੀਕ ਹੈ। ਅਤੇ ਜਿਹੜਾ ਇਹ ਐਕਟ ਹੈ ਆਲ ਆਫ ਇੰਡੀਆ 'ਚ ਹੀ ਲਾਗੂ ਹੁੰਦਾ, ਇਹ ਧਿਆਨ 'ਚ ਰੱਖਣਾ। ਅੰਡਰ ਦੀ ਵਟ ਸਰਕਮਟਾਂਸਿਸ ਦ ਗ੍ਰੈਜੂਟੀ ਆਫ ਇੰਪਲੋਏ ਕੈਨ ਬੀ ਫੋਰਫਿਟਡ। ਹੁਣ ਜਿਹੜੀ ਤੁਹਾਨੂੰ ਗ੍ਰੈਜੂਟੀ ਮਿਲਣੀ ਹੈ ਉਹ ਫੋਰਫਿਟ ਕੀਤੀ ਜਾ ਸਕਦੀ ਹੈ, ਖਤਮ, ਮਤਲਬ ਦਬੋਚੀ ਜਾ ਸਕਦੀ ਹੈ, ਮਤਲਬ ਕਹਿ ਲਓ, ਮਤਲਬ ਨਲੀਫਾਈ ਕੀਤੀ ਜਾ ਸਕਦੀ ਹੈ, ਇਸ ਤਰ੍ਹਾਂ ਕਹਿ ਲਓ, ਜਾਂ ਫੋਰਟੀਫਾਈਡ ਮਤਲਬ ਦਬੋਚ ਲਈ, ਖਤਮ ਕਰ ਦਿੱਤੀ ਗਈ, ਮਤਲਬ ਹੁਣ ਤੁਹਾਨੂੰ ਨਹੀਂ ਮਿਲੇਗੀ। ਕਿਹੜੀ ਕਿਹੜੀ ਕੰਡੀਸ਼ਨਾਂ ਵਿੱਚ? ਵਿਲਫੁਲ ਓਮਿਸ਼ਨ ਔਰ ਨੈਗਲੀਜੈਂਸ ਬਾਈ ਇੰਪਲੋਈ ਵੱਲੋਂ, ਟਰਮੀਨੇਸ਼ਨ, ਜੇਕਰ ਤੁਹਾਡੀ ਟਰਮੀਨੇਸ਼ਨ ਹੋ ਗਈ, ਡਨ, ਕਾਰਨ ਕੀ ਬਣੇ, ਡਿਸਆਰਡਰਲੀ ਕੰਡਕਟ ਕੀਤਾ ਗਿਆ ਤੁਹਾਨੂੰ, ਜਾਂ ਓਫੈਂਸਿਵ ਇਨਵੋਲਵਿੰਗ ਆਫ ਮੋਰਲ ਟਰਪੀਟਿਊਡ ਦੁਆਰਾ, ਜਾਂ ਆਲ ਆਫ ਦੀ ਅਬਵ। ਮਤਲਬ ਕਿ ਤੁਹਾਡੇ ਉੱਪਰ ਡਿਸਪਲਿਨਰੀ ਐਕਸ਼ਨ ਲਿੱਤਾ ਗਿਆ। ਇਹਨਾਂ ਚਾਰਾਂ 'ਚੋਂ ਗੱਲਾਂ ਕੀ ਜਿਹੜੀਆਂ ਹੋ ਰਹੀਆਂ, ਡਿਸਿਪਲਿਨ ਦੀ ਹੋ ਰਹੀਆਂ। ਡਿਸਿਪਲਿਨ 'ਚ ਕਲਾਸੀਫਾਈ ਕੀਤਾ ਹੋਇਆ ਕਿ ਕਿਹੜੀ ਕਿਹੜੀ ਡਿਸਿਪਲਿਨ ਤੁਹਾਨੇ, ਮਤਲਬ ਜਿਸ ਤਰ੍ਹਾਂ ਵਾਇਲੇਟ ਕੀਤਾ ਤੁਹਾਨੇ, ਤਾਂ ਕਿਹੜੀ ਕੰਡੀਸ਼ਨ ਵਿੱਚ ਤੁਹਾਡੀ ਜਿਹੜੀ ਪੇਮੈਂਟ ਉਹ ਗ੍ਰੈਜੂਟੀ ਹੈ ਉਹ ਫੋਰਫਿਟ ਕਰ ਲਿੱਤੀ ਜਾਏਗੀ, ਦਬੋਚ ਦਿੱਤੀ ਜਾਏਗੀ, ਨਹੀਂ ਦਿੱਤੀ ਜਾਏਗੀ ਤੁਹਾਨੂੰ। ਇਹਦਾ ਆਂਸਰ ਆ ਜਾਏਗਾ ਆਪਣਾ, ਕਿੰਨਾ ਆ ਜਾਏਗਾ, ਆਲ ਆਫ ਦੀ ਅਬਵ, ਠੀਕ ਹੈ। ਇਹਨਾਂ ਤਿੰਨਾਂ ਕੰਡੀਸ਼ਨਾਂ ਵਿੱਚ ਜੇ ਤੁਸੀਂ ਕਿੱਥੇ ਵੀ ਪਾਏ ਗਏ, ਕਿੱਥੇ ਵੀ ਤੁਹਾਡਾ ਕਨਵਿਕਟ ਹੋ ਗਏ, ਤਾਂ ਤੁਹਾਡੇ ਉੱਪਰ ਇਹ ਗ੍ਰੈਜੂਟੀ ਜਿਹੜੀ ਤੁਹਾਡੀ ਫੋਰਫਿਟ ਕਰ ਲਿੱਤੀ ਜਾਏ, ਤੁਹਾਨੂੰ ਪੈਸਾ ਨਹੀਂ ਮਿਲੇਗਾ ਲਮਸਮ। ਅਗਲਾ ਕੁਐਸਚਨ, ਅਕੋਰਡਿੰਗ ਟੂ ਦ ਪ੍ਰੋਵੀਜ਼ਨਸ ਆਫ ਪੇਮੈਂਟ ਆਫ ਵੇਜਿਸ ਐਕਟ 1986 ਵਟ ਇਜ਼ ਦ ਮੈਕਸਿਮਮ ਅਮਾਊਂਟ ਟੂ ਦ ਫਾਈਨ ਵਿਚ ਕੈਨ ਬੀ ਇੰਪੋਜ਼। ਜੇ ਆਪਾਂ ਇੰਪਲੋਈ ਉੱਪਰ ਫਾਈਨ ਲਗਾਉਣਾ ਹੈ ਤਾਂ ਉਹਦੇ ਵਿੱਚ ਪੇਮੈਂਟ ਆਫ ਵੇਜਿਸ ਐਕਟ ਦੇ ਮੁਤਾਬਿਕ ਕਿੰਨਾ ਫਾਈਨ ਮੈਕਸਿਮਮ ਲਗਾ ਸਕਦੇ ਹਾਂ? ਡਨ, ਫਾਈਨ ਲੱਗ ਸਕਦਾ ਨਾ, ਬੜੀ ਕੰਡੀਸ਼ਨਾਂ ਹੋ ਸਕਦੀਆਂ ਕਿ ਫਾਈਨ ਲੱਗ ਸਕਦਾ, ਤਾਂ ਉਹ ਫਾਈਨ ਕਿੰਨਾ ਹੋਏਗਾ? ਉਹ ਜਿਹੜੀ ਤੁਸੀਂ ਵੇਜਿਸ ਪੇ ਕਰਨੀ ਹੈ ਉਹਨਾਂ ਨੂੰ, ਇੰਪਲੋਇਰ ਨੂੰ ਜਿਹੜੀ ਇੰਪਲੋਇਰ ਜਿਹੜਾ ਇੰਪਲੋਈ ਨੂੰ ਵੇਜਿਸ ਪੇ ਕਰੇਗਾ ਉਹਦਾ ਸਿਰਫ 3% ਤੱਕ ਉਹ ਫਾਈਨੈਂਸ ਲਗਾ ਸਕਦਾ, ਉਸ ਤੋਂ ਜ਼ਿਆਦਾ ਨਹੀਂ ਲਗਾ ਸਕਦਾ। ਇਹ ਆਪਣਾ ਹੋਏਗਾ, ਦੱਸੋ? ਇਹ ਹੋਏਗਾ ਆਪਣਾ 3%, ਠੀਕ ਹੈ। ਚਲੋ, ਹੁਣ ਦੱਸੋ, ਵਰਕਰ ਨੂੰ ਜਿਹੜਾ ਪਾਰਟੀਸਪੇਟ ਹੈ ਮੈਨੇਜਮੈਂਟ ਵਿੱਚ, ਇਹ ਆਪਣੇ ਕਿਤੇ ਨਾ ਕਿਤੇ ਸਾਨੂੰ ਕੌਨਸਟੀਟਿਊਸ਼ਨ 'ਚ ਦੇਖਣ ਨੂੰ ਮਿਲਦਾ ਹੈ। ਕਿੱਥੇ ਦੇਖਣ ਨੂੰ ਮਿਲਦਾ ਸਾਨੂੰ? ਆਰਟੀਕਲ 43 ਵਿੱਚ, ਆਰਟੀਕਲ 42A ਵਿੱਚ, ਬੋਥ ਏ ਐਂਡ ਬੀ, ਨਨ ਆਫ ਦੀ ਅਬਵ। ਇਹਦਾ ਆਂਸਰ ਕੀ ਆ ਜਾਏਗਾ ਆਪਾਂ ਨੂੰ, ਸੀ ਆਪਸ਼ਨ, ਠੀਕ ਹੈ। ਇਹ ਸਾਨੂੰ ਦੋਨੋਂ ਆਰਟੀਕਲ 'ਚ ਦੇਖਣ ਨੂੰ ਮਿਲਦਾ, 43A ਵਿੱਚ, 42A ਵਿੱਚ। ਇਹ DPSP ਦੇ ਆਰਟੀਕਲ ਹਨ, ਜਾ ਕੇ ਜ਼ਰੂਰ ਪੜ੍ਹਨਾ ਇਹਨਾਂ ਨੂੰ। ਡਨ, ਓਕੇ, ਸਮਝ ਗਏ? ਸੋ ਆਪਾਂ ਅੱਜ ਤੱਕ ਉਰੇ ਤੱਕ ਕਰਾਂਗੇ, ਦੈਨ ਬਾਕੀ ਪ੍ਰੈਕਟਿਸ ਕੱਲ੍ਹ ਕਰਾਂਗੇ। ਤੁਸੀਂ ਮੈਨੂੰ ਦੱਸਣਾ ਜਿਹੜਾ ਤੁਹਾਨੂੰ ਬੋਨਸ ਜਿਹੜੇ ਕੁਐਸਚਨ ਕਰਾ ਰਹੇ ਹਾਂ ਤੁਹਾਨੂੰ ਅੱਛੇ ਲੱਗ ਰਹੇ ਤਾਂ ਇਸ ਨੂੰ ਮੈਂ ਹੋਰ ਐਡ ਔਨ ਕਰਦਾ ਜਾਵਾਂਗਾ। ਕੋਸ਼ਿਸ਼ ਕਰਾਂਗਾ ਇੱਕ ਦਿਨ 'ਚ 10 ਕਰਾ ਦੇਵਾਂ, 15 ਕਰਾ ਦੇਵਾਂ, ਨਾਲ ਮਤਲਬ ਇਸ 'ਚ ਆਪਾਂ ਨੂੰ ਕੋਈ ਆਪਸ਼ਨ ਤਾਂ ਪੜ੍ਹਨੀ ਨਹੀਂ, ਦੈਨ ਕੁਐਸਚਨ ਬੋਲਾਂਗਾ ਓਰਲੀ, ਤੁਸੀਂ ਆਂਸਰ ਦੱਸਣਾ ਮੈਨੂੰ, ਠੀਕ ਹੈ। ਸੋ ਥੈਂਕ ਯੂ ਵੈਰੀ ਮਚ।